ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ। ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹਨ। ਆਓ ਇਤਿਹਾਸ ਦੀ ਜੋ ਕਥਾ ਦਾ ਸਮਾਂ ਹੈ, ਬਹੁਤ ਹੀ ਸਤਿਕਾਰਯੋਗ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ 10 ਪਾਤਸ਼ਾਹੀਆਂ ਦਾ ਜੋ ਸੋਹਣਾ ਸੁੰਦਰ ਇਤਿਹਾਸ ਲਿਖਿਆ ਗਿਆ ਹੈ, ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਜੋ ਆਪਾਂ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਦਰ ਘਰ ਦੀ ਹਾਜ਼ਰੀ ਭਰਦਿਆਂ ਸਰਵਣ ਕਰ ਰਹੇ ਹਾਂ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੀਵਨ ਪ੍ਰਸੰਗ ਲੜੀ ਤਹਿਤ ਕੱਲ ਆਪਾਂ ਇਹ ਸਰਵਣ ਕੀਤਾ ਹੈ ਕਿ ਮਹਾਰਾਜ ਨੇ ਹੁਣ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਇਹ ਹੁਕਮ ਕੀਤਾ ਕਿ ਤੁਸੀਂ ਇੱਕ ਨਵਾਂ ਨਗਰ ਵਸਾਓ। ਸਾਰੀ ਉਹਦੀ ਨਿਸ਼ਾਨਦੇਹੀ ਮਹਾਰਾਜ ਨੇ ਦੱਸ ਦਿੱਤੀ ਕਿ ਉੱਥੇ ਘਰ ਬਣਾਓ। ਤੋ ਇਸ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ, ਜਿਹਨੂੰ ਪਹਿਲਾਂ ਰਾਮਦਾਸਪੁਰ ਜਿਹੜਾ ਨਾਮ ਸੀ, ਇਹ ਮਹਾਰਾਜ ਨੇ ਇੱਥੇ ਘਰ ਬਣਾਏ ਹਨ। ਫਿਰ ਹੁਣ ਗੁਰਤਾ ਗੱਦੀ ਬਖਸ਼ਣੀ ਹੈ ਤੇ ਸੁਨੇਹਾ ਭੇਜਿਆ ਕਿ ਗੋਇੰਦਵਾਲ ਸਾਹਿਬ ਆ ਜਾਓ। ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਗੁਰੂ ਰਾਮਦਾਸ ਮਹਾਰਾਜ ਹਾਜ਼ਰ ਹੋਏ ਨੇ ਤੇ ਸਤਿਗੁਰੂ ਜੀ ਮਿਹਰਾਂ ਕਰਦੇ ਆ। ਜੋ ਭਾਈ ਸੇਵਾ ਕਰਦਾ ਨਰਨ ਅਨੇਕਨ ਦੇ ਉਪਦੇਸ਼, ਨਿਜ ਦਾਸਨ ਕੋ ਕਟਹਿ ਕਲੇਸ਼। ਹੇਰਹਿ ਸੇਵਾ ਸੇਵਕ ਕੇਰੀ, ਬਖਸ਼ਹਿ ਪਦਵੀ ਊਚ ਵਡੇਰੀ। ਮਹਾਰਾਜ ਸੇਵਕਾਂ ਦੀ ਸੇਵਾ ਵੇਖ ਕਰਕੇ ਸਭ ਨੂੰ ਉੱਚੀਆਂ ਪਦਵੀਆਂ ਬਖਸ਼ ਰਹੇ ਹਨ। ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਸ਼ ਵਿਦੇਸ਼ਨ ਸੰਗਤ ਆਵਹਿ। ਦੇਸ਼ਾਂ ਤੇ ਵਿਦੇਸ਼ਾਂ ਤੋਂ
ਦੂਰੋਂ ਨੇੜਿਓਂ ਮਹਾਰਾਜ ਦੇ ਚਰਨਾਂ ਵਿੱਚ ਸੰਗਤਾਂ ਆ ਰਹੀਆਂ ਹਨ। ਦਰਸ਼ਨ ਪਰਸਹਿ ਨਰ ਸੁਖ ਪਾਵਹਿ। ਗੁਰੂ ਸਾਹਿਬ ਦੇ ਦਰਸ਼ਨ ਪਰਸ ਕੇ ਸਭ ਪ੍ਰਾਣੀ ਮਹਾਰਾਜ ਦੇ ਚਰਨਾਂ 'ਚੋਂ ਸੁਖ ਪ੍ਰਾਪਤ ਕਰਦੇ ਹਨ। ਸੇਵਾ ਕਰੈ ਅਨਕ ਢਿਗ ਰਹੈ। ਅਨੇਕਾਂ ਲੋਕ ਮਹਾਰਾਜ ਦੇ ਕੋਲ ਰਹਿ ਕੇ ਸਿੱਖ ਸੇਵਾ ਕਰਦੇ ਹਨ। ਮਨ ਬਚ ਕਰਮ ਉਪਾਸ਼ਤ ਅਹੈ। ਮਨ ਕਰਕੇ, ਬਚਨਾਂ ਕਰਕੇ, ਕਰਮ ਕਰਕੇ ਗੁਰੂ ਸਾਹਿਬ ਨੂੰ ਸੇਵਦੇ ਆ, ਸਤਿਗੁਰੂ ਦੀ ਉਪਾਸਨਾ ਕਰਦੇ ਆ। ਭਾਵ ਕਰਮ ਸੇਵਾ ਰੂਪ ਵਿੱਚ ਵੀ ਉਪਾਸਨਾ, ਹੱਥੀਂ ਸੇਵਾ ਕਰਨੀ, ਤੇ ਬਚਨ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਇਹ ਭਾਈ ਜਿਹੜਾ ਇਹ ਵੀ ਉਪਾਸਨਾ ਹੈ। ਫਿਰ ਮਨ ਦੀ ਹੈ ਜਿਹੜੀ ਸਿਮਰਨ, ਮਨ ਗੁਰੂ ਚਰਨਾਂ ਨਾਲ ਜੋੜ ਕੇ ਰੱਖਣਾ। ਇਹ ਮਨ ਬਚ ਕਰਮ ਤ੍ਰੈ ਰੂਪ ਦੇ ਵਿੱਚ ਹੀ ਉਪਾਸਨਾ ਕਰਦੇ ਹਨ। ਹਿਰਦਾ ਸੁਧ ਹੋਵੈ ਤਿਸ ਕੇਰਾ। ਐਸੇ ਗੁਰਮੁਖਾਂ ਪ੍ਰਾਣੀਆਂ ਦਾ ਹਿਰਦਾ ਭਾਈ ਸ਼ੁੱਧ ਹੋ ਜਾਂਦਾ ਹੈ। ਗਿਆਨ ਪਾਏ ਹੋਇ ਮੁਕਤ ਕਨੇਰਾ। ਅਨੇਕਾਂ ਪ੍ਰਾਣੀ ਗਿਆਨ ਦੀ ਪ੍ਰਾਪਤੀ ਕਰਕੇ ਮੁਕਤ ਹੋ ਰਹੇ ਨੇ। ਦਿੱਲੀ ਪਤ ਪ੍ਰਸੰਨ ਜਿਮ ਹੋਏ। ਇਉਂ ਭਾਈ ਜਿਵੇਂ ਦਿੱਲੀ ਦਾ ਦੇਖੋ ਬਾਦਸ਼ਾਹ ਅਕਬਰ, ਉਹਦੇ ਤੇ ਵੀ ਕਿੰਨੇ ਮਹਾਰਾਜ ਪ੍ਰਸੰਨ ਹੋਏ। ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਖੁਸ਼ ਹੋਇਆ ਹੈ। ਕੀਏ ਉਮਰਾਬ 20 ਅਰ ਦੋਏ। ਤੇ ਇਉਂ ਉਮਰਾਬ 20 ਅਰ ਦੋਏ, 20 ਤੇ 2 22। ਉਮਰਾਬ ਵੱਡੇ ਵਜ਼ੀਰ ਮਹਾਰਾਜ ਨੇ ਜਿਵੇਂ 22 ਮੰਜੀਆਂ ਬਖਸ਼ੀਆਂ, ਤੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ। ਬੇਅੰਤ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਤਰੇ ਹਨ। ਇਸ ਜਗ ਕੇ ਤਿਨ ਕੋ ਸੁਖ ਦੀਨੇ। ਉਹਨਾਂ ਨੂੰ ਇਸ ਜਗਤ ਦੇ ਵੀ ਮਹਾਰਾਜ ਨੇ ਸੁਖ ਦਿੱਤੇ ਹਨ। ਵਡਿਆਈ ਪਦ ਮਹਿ ਥਿਤ ਕੀਨੇ। ਮਹਾਨ ਵਡਿਆਈ ਚੌਥੇ ਪਦ ਵਿੱਚ ਵੀ ਟਿਕਾ ਦਿੱਤੇ। ਤਿਸ ਤੇ ਅਦਕ ਸ੍ਰੀ ਸੁਖ ਰਾਸ। ਇਹ ਤੋਂ ਵੀ ਜ਼ਿਆਦੇ ਭਾਈ ਸੁੱਖਾਂ ਦੇ ਰਾਸ, ਸੁੱਖਾਂ ਦੀ ਪੂੰਜੀ ਸ੍ਰੀ ਗੁਰੂ ਅਮਰਦਾਸ ਜੀ। ਜਿਸ ਪਰ ਭਏ ਪ੍ਰਸੰਨ ਹੁਲਾਸ। ਜਿਹਦੇ ਉੱਤੇ ਪ੍ਰਸੰਨ ਹੋਏ ਉਹ ਭਾਈ ਹੁਲਾਸ ਹੋਇਆ। ਜਿਵੇਂ ਪਹਿਲਾਂ ਆ ਗਈ ਦਿੱਲੀ ਪਤ ਪ੍ਰਸੰਨ ਜਿਮ ਹੋਏ। ਕੀ ਉਮਰਾਬ 20 ਅਰ ਉਦੋਂ 22 ਮੁੱਖ ਸੂਬੇ ਸਨ, ਤੇ ਦਿੱਲੀ ਦਾ ਬਾਦਸ਼ਾਹ ਜਿਵੇਂ ਖੁਸ਼ ਹੋ ਕੇ ਸੂਬਾ ਲਾਉਂਦਾ ਉਹਨੂੰ ਉਮਰਾਬ ਬਣਾਏ ਹੋਏ ਸੀ 22। ਤੇ ਗੁਰੂ ਸਾਹਿਬ ਵੀ ਭਾਈ ਜੀ ਦੇ ਤੇ ਬਹੁਤ ਪ੍ਰਸੰਨ ਹੋਏ। ਕਿਉਂ? ਤੇ ਜਿਸ ਪਰ ਭਏ ਪ੍ਰਸੰਨ ਹੁਲਾਸ। ਜਿਹਦੇ ਤੇ ਫਿਰ ਬਹੁਤ ਪ੍ਰਸੰਨ ਖੁਸ਼ ਹੋਏ। ਦੋਨੋਂ ਲੋਕਨ ਕੋ ਸੁਖ ਦੀਨ। ਉਹਨਾਂ ਗੁਰਮੁਖਾਂ ਨੂੰ ਦੋਵਾਂ ਲੋਕਾਂ ਦੇ ਹੀ ਸੁਖ ਬਖਸ਼ ਦਿੱਤੇ। ਮੰਜੀ ਪਰ ਬੈਠਾਵਨ ਕੀਨ। ਉਹਨਾਂ ਨੂੰ ਮੰਜੀਆਂ ਪਰ ਬਿਠਾਉਣਾ ਕੀਤਾ। ਭਾਵ ਕਿ ਉੱਚਾ ਸੰਗਤ ਦੇ ਵਿੱਚ ਬੈਠ ਕੇ ਉਪਦੇਸ਼ ਦੇਣ ਦਾ ਅਧਿਕਾਰ ਦੇਤਾ ਉਹਨਾਂ ਨੂੰ। ਜਿਹੜਾ ਫਿਰ ਮੰਜੀਦਾਰ ਹੁੰਦਾ ਸੀ ਉਹਨੂੰ ਨਮਸਕਾਰ ਵੀ ਕਰਦੀਆਂ ਸੰਗਤਾਂ, ਭੇਟਾ ਵੀ ਰੱਖਦੀਆਂ ਸੀ। ਇੰਨਾ ਅਧਿਕਾਰ ਉਹਨੂੰ। ਜਿਵੇਂ ਹੁਣ ਬਾਦਸ਼ਾਹ ਹੁੰਦਾ, ਉਹ ਸੂਬਿਆਂ ਦੇ ਵੀ ਅਧਿਕਾਰ ਹੁੰਦੇ ਨੇ, ਸੂਬੇ ਨੂੰ ਵੀ ਦੇ ਦਿੰਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਪੁਰਸ਼ਾਂ ਨੂੰ ਮਹਾਰਾਜ ਨੇ ਇੰਨੇ ਅਧਿਕਾਰ ਦਿੱਤੇ ਕਿ ਗੁਰੂ ਨਾਨਕ ਦੇ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰੋ। ਇਹ ਮੰਜੀ ਪਰ ਬਿਠਾਏ ਹਨ। ਦੇਸ਼ਨ ਭੇਜੇ ਮੁਖੀ ਬਣਾਏ। ਵੱਖ-ਵੱਖ ਦੇਸ਼ਾਂ ਵਿੱਚ ਭੇਜ ਕੇ ਉਹਨਾਂ ਨੂੰ ਮੁਖੀ ਬਣਾਇਆ। ਇਹਾਂ ਗ੍ਰਸਤ ਮਹਿ ਸਭ ਸੁਖ ਪਾਏ। ਤੇ ਇੱਥੇ ਗ੍ਰਸਤੀ ਜੀਵਨ ਵਿੱਚ ਵੀ ਸਾਰੇ ਸੁੱਖ ਉਹਨਾਂ ਪ੍ਰਾਪਤ ਕੀਤੇ ਹਨ। ਗਨ ਦੇਸ਼ਨ ਪਰ ਹੁਕਮ ਕਰਨ ਤੇ ਹੋਰ ਵੀ ਬਹੁਤ ਦੇਸ਼ਾਂ ਪਰ ਉਹ ਗਨ ਦਾ ਭਾਵ ਬਹੁਤੇ ਦੇਸ਼ਾਂ ਦੇ ਉੱਤੇ ਹੁਕਮ ਕਰਦੇ।
ਨਰ ਅਨੇਕ ਮਿਲ ਸੇਵ ਕਰੰਤੇ। ਅਨੇਕਾਂ ਲੋਕ ਉਹਨਾਂ ਮੰਜੀਦਾਰਾਂ ਨੂੰ ਵੀ ਮਿਲਦੇ ਤੇ ਸੇਵਾ ਕਰਦੇ। ਮੁਕਤ ਭਏ ਸੁਖ ਭਾ ਪਰਲੋਕ। ਉਹ ਭਾਈ ਸੁਖ ਪਰਲੋਕ ਦੇ ਪ੍ਰਾਪਤ ਕਰਕੇ ਉਹ ਮੁਕਤ ਹੋ ਗਏ। ਐਸੇ ਆਪਣੇ ਸਿੱਖ ਅਸ਼ੋਕ। ਐਸੇ ਭਾਈ ਆਪਣੇ ਸ਼ੋਕ ਤੋਂ ਰਹਿਤ ਸਿੱਖਾਂ ਤੇ ਬਖਸ਼ਿਸ਼ਾਂ ਕੀਤੀਆਂ। ਦ્વੈ ਬਿੰਸਤ ਮੰਜੀ ਅਧਿਕਾਰ। ਇਹ 2 ਤੇ 20 22 ਮੰਜੀਆਂ ਜੋ ਅਧਿਕਾਰ ਹੈ। ਬੈਠਾਰੇ ਗੁਰ ਨਿਜ ਦਰਬਾਰ। ਇਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਉਂ ਆਪਣੇ ਦਰਬਾਰ ਵਿੱਚ ਬਿਠਾਇਆ ਹੈ। ਪਾਤਸ਼ਾਹੋ ਦ્વੈ ਲੋਕਨ ਕੇਰੇ। ਕਿਉਂ ਦੋਵਾਂ ਲੋਕਾਂ ਦੇ ਜੋ ਪਾਤਸ਼ਾਹ। ਇਮ ਪਾਤਸ਼ਾਹਿਤ ਕੀਨ ਕਨੇਰੇ। ਇਸ ਤਰ੍ਹਾਂ ਭਾਈ ਗੁਰੂ ਅਮਰਦਾਸ ਜੀ ਨੇ ਵੀ ਵੱਡੀ ਬਹੁਤੀ ਪਾਤਸ਼ਾਹਤ ਕੀਤੀ, ਸੱਚੀ ਪਾਤਸ਼ਾਹੀ ਕੀਤੀ। ਸਾਈਂ ਦਿੱਤਾ ਝੰਜੀ ਜੋਏ। ਇੱਕ ਸਾਈਂ ਦਿੱਤਾ ਝੰਜੀ ਜੋ ਹੈ। ਸੈਦੋ ਜੱਟ ਲਵਪੁਰੀ ਸੋਏ। ਤੇ ਦੂਜਾ ਸੈਦੋ ਨਾਮ ਇਹ ਭਾਈ ਜੱਟ ਲਾਹੌਰ ਦਾ ਹੈ। ਅਪਰ ਸਿੱਖ ਲਵਪੁਰ ਕੇ ਸਾਰੇ। ਹੋਰ ਲਾਹੌਰ ਦੇ ਸਾਰੇ ਸਿੱਖ ਸ੍ਰੀ ਗੁਰ ਅਮਰ ਸੇਵਕੋ ਧਾਰੇ। ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਦੇ ਨੇ। ਕਰੇ ਪ੍ਰਸੰਨ ਸਰਬ ਹੀ ਰੀਤ। ਤੇ ਸਭ ਤਰ੍ਹਾਂ ਕਰਕੇ ਸਤਿਗੁਰਾਂ ਨੂੰ ਪ੍ਰਸੰਨ ਕੀਤਾ ਹੈ। ਸ੍ਰੀ ਮੁਖ ਤੇ ਬੋਲੇ ਪਿਖ ਪ੍ਰੀਤ। ਇਹਨਾਂ ਦੀ ਪ੍ਰੀਤੀ ਵੇਖ ਕੇ ਸਤਿਗੁਰੂ ਸੁਭਾਏਮਾਨ ਮੁਖ ਤੋਂ ਬਚਨ ਕਹੇ। ਹਮ ਪ੍ਰਸੰਨ ਤੁਮ ਜਾਚੋ ਬਰ ਕੋ। ਭਾਈ ਅਸੀਂ ਤੁਹਾਡੇ ਤੇ ਪ੍ਰਸੰਨ ਹੋਏ ਆ। ਲਾਹੌਰ ਦੇ ਇਹਨਾਂ ਗੁਰਸਿੱਖਾਂ ਨੂੰ ਕਿਹਾ ਵੀ ਕੋਈ ਬਰ ਬਚਨ ਮੰਗੋ। ਕਰੋ ਮਨੋਰਥ ਪੂਰਨ ਔਰ ਕੋ। ਔਰ ਆਪਣੇ ਹਿਰਦੇ ਦਾ ਮਨੋਰਥ ਪੂਰਾ ਕਰ ਲਓ। ਸਭ ਸਿੱਖਨ ਮਿਲ ਭਲੋ ਵਿਚਾਰਾ। ਤਾਂ ਫਿਰ ਉਹ ਸਮਾਂ ਸੀ ਸਾਰੇ ਸਿੱਖਾਂ ਨੇ ਗੁਰੂ ਸਾਹਿਬ ਨੂੰ ਪ੍ਰਸੰਨ ਹੋਇਆਂ ਵੇਖ ਕੇ ਭਲਾ ਸਮਾਂ ਵਿਚਾਰਿਆ ਹੈ। ਹਾਥ ਜੋੜ ਗੁਰ ਨਿਕਟ ਉਚਾਰਾ। ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਇਉਂ ਬੇਨਤੀ ਕੀਤੀ। ਪ੍ਰਥਮ ਗੁਰੂ ਨਾਨਕ ਪੁਰ ਆਏ। ਕਿਵੇਂ ਕਹਿਣ ਲੱਗੇ ਮਹਾਰਾਜ ਪਹਿਲੇ ਗੁਰੂ ਨਾਨਕ ਦੇ ਮਹਾਰਾਜ ਜੀ ਲਾਹੌਰ ਨਗਰ ਵਿੱਚ ਉਸ ਸਮੇਂ ਆਏ। ਵੇਖਿਓ ਕਸਾਬਪੁਰਾ ਸੋ ਰਸਾਏ। ਜਦੋਂ ਉਹਨਾਂ ਨੇ ਕਸਾਬਪੁਰਾ ਦੇਖਿਆ ਵੀ ਜਿੱਥੇ ਕਸਾਈ ਗਊ ਵੱਧ ਕਰਦੇ ਸੀ ਤੇ ਮਹਾਰਾਜ ਨੇ ਬਚਨ ਕਰਤੇ ਸੀ ਨਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਕਹਿੰਦੇ ਮਹਾਰਾਜ ਜੀ ਵੀ ਉਹ ਉੱਥੇ ਕਸਾਬਪੁਰਾ ਵੇਖ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਰੋਸ ਵਿੱਚ ਆਏ ਸਨ। ਲਖਿਓ ਪਾਪ ਹੋਏ ਘੋਰ ਮਹਾਨਾ। ਉਹਨਾਂ ਜਾਣਿਆ ਕਿ ਬਹੁਤ ਭਿਆਨਕ ਇੱਥੇ ਪਾਪ ਹੋ ਰਹੇ ਹਨ। ਸਰਾਪਤ ਕੀਨ ਸੇਵ ਬਖਾਨਾ। ਤਾਂ ਫਿਰ ਸਰਾਪ ਦਿੰਦਿਆਂ ਮਹਾਰਾਜ ਨੇ ਬਚਨ ਕਹੇ। ਲਾਹੌਰ ਸ਼ਹਿਰ ਜ਼ਹਿਰ ਕੀ ਨਿਆਈ। ਵੀ ਜਿਹੜਾ ਲਾਹੌਰ ਸ਼ਹਿਰ ਹੈ ਇਹ ਜ਼ਹਿਰ ਦੀ ਨਿਆਈ ਹੈ। ਸਵਾ ਪਹਿਰ ਲਗ ਕਹਿਰ ਇਥਾਈ। ਜਿੱਥੇ ਸਵਾ ਪਹਿਰ ਤੱਕ ਕਹਿਰ ਹੁੰਦਾ ਹੈ ਇਸ ਜਗ੍ਹਾ ਤੇ। ਤਬ ਕੇ ਪੁਰ ਮਹਿ ਨਰ ਦੁੱਖ ਪਾਵੇ। ਕਹਿੰਦੇ ਮਹਾਰਾਜ ਜੀ ਉਦੋਂ ਦੇ ਨਾ ਲੋਕ ਦੁਖੀ ਰਹਿਣ ਲੱਗ ਪਏ। ਤਕਲੀਫਾਂ ਦੁੱਖ ਬਿਮਾਰੀਆਂ ਸਤਿਗੁਰੂ ਜੀ ਇਉਂ ਲੋਕ ਲਾਹੌਰ ਦੇ ਦੁੱਖ ਪਾਉਂਦੇ ਹਨ। ਸਵਾ ਪਹਿਰ ਲਗ ਬਾਦ ਉਠਾਵੇ। ਤੇ ਸਵਾ ਪਹਿਰ ਤੱਕ ਤਾਂ ਪੱਕਾ ਹੀ ਸੀ ਕਿ ਲੜਾਈ ਝਗੜੇ ਘਰਾਂ ਕਲੇਸ਼ਾਂ ਚ ਆਂਢ ਗੁਆਂਢ ਰਹਿੰਦੇ ਹਨ। ਲੜੈ ਪਰਸ ਪਰ ਝਗੜੈ ਮਾਨੀ। ਆਪਸ ਵਿੱਚ ਹੀ ਮਹਾਰਾਜ ਹੰਕਾਰ ਵਿੱਚ ਹੋ ਕੇ ਲੋਕ ਲੜੀ ਜਾਂਦੇ ਨੇ।
ਕੇਤਕ ਹੋਏ ਪ੍ਰਾਨ ਲਗ ਹਾਨੀ। ਕਿੰਨੇ ਤਾਂ ਮਹਾਰਾਜ ਉਹ ਹੈ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ, ਪ੍ਰਾਣਾਂ ਤੋਂ ਖਤਮ ਹੋ ਗਏ। ਮਹਾ ਸੰਤਾਪ ਪਾਏ ਨਰ ਰਹੇ। ਇਉਂ ਸਤਿਗੁਰੂ ਜੀ ਬਹੁਤ ਵੱਡੇ ਵੱਡੇ ਲੋਕ ਦੁੱਖ ਪਾ ਰਹੇ ਹਨ। ਜ਼ਹਿਰ ਸਮਾਨ ਆਪ ਮਹਿ ਕਹੇ। ਇਉਂ ਸਤਿਗੁਰੂ ਜੀ ਜ਼ਹਿਰ ਵਾਂਗੂ ਜਿਹੜੇ ਤੁਸੀਂ ਇਹ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਚਨ ਕਹੇ ਸਨ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਸਤਿਗੁਰੂ ਇਉਂ ਸੁਣਾ ਆਪ ਸੋ ਸਰਾਪ ਮਿਟਾਵਨ ਕਰੀਐ। ਤੇ ਕਿਰਪਾ ਕਰ ਦਿਓ ਮਹਾਰਾਜ, ਉਹੀ ਰੂਪ ਹੋ, ਭੁੱਲ ਬਖਸ਼ ਦਿਓ ਸਾਡੀ, ਉਹ ਸਰਾਪ ਨੂੰ ਆਪ ਜੀ ਹੀ ਮਿਟਾਉਣਾ ਕਰੋ। ਸਤ ਸੰਗਤ ਇਮ ਸਤ ਸੰਗਤ ਇਸ ਸਮੇਂ ਨਿਹਰੀਐ। ਇਸ ਸਮੇਂ ਮਹਾਰਾਜ ਆਪਣੀ ਸਤਸੰਗ ਰੂਪ ਦੇ ਵਿੱਚ ਵੇਖੋ। ਸ੍ਰੀ ਗੋਰੇ ਅਮਰ ਸੁਨਤ ਬਚ ਭਾਖਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਸੁਣ ਕੇ ਬਚਨ ਕਹੇ, ਬਰ ਦੋਹ ਸਾਧ ਕਰੀ ਅਬ ਲਾਖਾ। ਮਹਾਰਾਜ ਕਹਿੰਦੇ ਭਾਈ ਤੁਸੀਂ ਇਹ ਅਭਿਲਾਸ਼ਾ ਕੀਤੀ ਹੈ ਤਾਂ ਫਿਰ ਬਰ ਦੋਹ ਸਾਧ, ਇਉਂ ਸੁੱਧ ਜਿਹੜੇ ਬਰ ਹਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਨ ਲੱਗੇ ਆ ਕਿ ਉਸ ਜਿਹੜਾ ਬਚਨ ਹੈ ਉਹਦੇ ਤੇ ਹੁਣ ਬਰ ਦੇਣ ਦੀ ਜਿਹੜੀ ਤੁਸੀਂ ਅਭਿਲਾਸ਼ਾ ਕੀਤੀ ਹੈ। ਤਉ ਦੇਨ ਕੋ ਪ੍ਰਥਮ ਬਖਾਨਾ। ਉਸੇ ਹੀ ਹੁਣ ਬਰ ਨੂੰ ਦੇਣ ਵਾਸਤੇ ਸਤਿਗੁਰਾਂ ਨੇ ਪਹਿਲਾਂ ਬਚਨ ਕਿਹਾ, ਭੋਲੇ ਬਹੁਰ ਕਿਰਪਾਲ ਸੁਜਾਨਾ। ਤਾਂ ਭਾਈ ਜਿਹੜੇ ਕਿਰਪਾਲੂ ਸਤਿਗੁਰੂ ਜੀ ਫਿਰ ਬਚਨ ਕਹੇ, ਲਾਹੌਰ ਸ਼ਹਿਰ ਸ੍ਰੀ ਅੰਮ੍ਰਿਤਸਰ। ਮਹਾਰਾਜ ਕਹਿੰਦੇ ਲਾਹੌਰ ਸ਼ਹਿਰ ਸ੍ਰੀ ਅੰਮ੍ਰਿਤਸਰ। ਜੋ ਬਚਨ ਆਉਂਦਾ ਨਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਮਹਾਰਾਜ ਕਹਿੰਦੇ ਹੋ ਅੰਮ੍ਰਿਤਸਰ ਨਾਲ ਜੁੜ ਜੂਗਾ ਸਿਫਤੀ ਦੇ ਘਰ ਨਾਲ, ਤਾਂ ਇਹ ਲਾਹੌਰ ਸ਼ਹਿਰ ਵਿੱਚ ਵੀ ਰੱਬ ਦੀ ਸਿਫਤ ਹੋਣੀ ਸ਼ੁਰੂ ਹੋ ਜੇ, ਫੇਰ ਇਹ ਸਾਰੇ ਜਿਹੜੇ ਪਾਪ ਦੁੱਖ ਨੇ ਮਿਟਣਗੇ। ਕਹਿ ਸ੍ਰੀ ਮੁਖ ਸਿਫਤੀ ਦਾ ਘਰ। ਉਹ ਆਪਣੇ ਸੁਭਾਏਮਾਨ ਮੁਖ ਤੋਂ ਕਿਹਾ ਸਿਫਤੀ ਦਾ ਘਰ। ਆਸ ਸਲੋਕ ਕਹਿ ਸਰਾਪ ਮਿਟਾਇਓ। ਇਹ ਜਿਹੜਾ ਬਚਨ ਸਲੋਕ ਹੈ ਕਿ ਮਹਾਰਾਜ ਨੇ ਫਿਰ ਉਹ ਪਹਿਲੇ ਜਾਮੇ ਵਿੱਚ ਕੀਤਾ ਸਰਾਪ ਬਚਨ ਆਪ ਹੀ ਮਿਟਾ ਦਿੱਤਾ। ਤਬ ਤੇ ਸਭ ਲੋਕਨ ਸੁਖ ਪਾਇਓ। ਉਦੋਂ ਤੋਂ ਸਾਰੇ ਲੋਕਾਂ ਨੇ ਫਿਰ ਸੁਖ ਪਾਇਆ, ਉਹਨਾਂ ਦੇ ਦੁੱਖਾਂ ਤੋਂ ਖਹਿੜਾ ਛੁੱਟਿਆ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਆ ਮਹੱਲੇ ਤੀਜੇ ਮਹੱਲੇ ਦੇ ਸ੍ਰੀ ਰਾਮਦਾਸਪੁਰ ਬਸਾਵਨ ਪ੍ਰਸੰਗ ਵਰਣਨ ਨਾਮ 20ਵਾਂ ਮੰਦਰ ਹੈ। ਇਹਦੇ ਵਿੱਚ ਇਹ 20ਵਾਂ ਘਰ ਦਾ ਪ੍ਰਸੰਗ ਹੈ, ਜਿਹਦੇ ਵਿੱਚ ਰਾਮਦਾਸਪੁਰ ਬਸਾਵਨ ਫਿਰ ਲਾਹੌਰ ਤੇ ਕਿਰਪਾ ਕਰਨੀ ਇਹ ਪ੍ਰਸੰਗ ਆਏ ਹਨ। ਦੋਹਰਾ ਅੱਗੇ 21ਵੇਂ ਘਰ ਦਾ ਪ੍ਰਸੰਗ ਕਹਿ ਰਹੇ ਨੇ। 52 ਚੰਦਨ ਸਤਿਗੁਰੂ ਹੋਵੇ ਜਿਸ ਬਨ ਦੇਸ਼। ਜਿਵੇਂ ਭਾਈ ਜੰਗਲ ਦੇ ਵਿੱਚ ਚੰਦਨ ਹੁੰਦਾ ਹੈ ਤਾਂ ਉਹ ਜੰਗਲ ਨੂੰ ਮਹਿਕ ਕਰ ਦਿੰਦਾ ਹੈ, ਇਸੇ ਤਰ੍ਹਾਂ 52 ਚੰਦਨ ਸਰੂਪ ਸਤਿਗੁਰੂ ਜਿਸ ਵੀ ਜੰਗਲ ਰੂਪੀ ਦੇਸ਼ ਵਿੱਚ ਮਹਾਰਾਜ ਹੋਣ। ਮਲ ਕਰਤ ਤਰ ਵਰਨ ਕੋ ਤਿਉ ਨਰ ਭਗਤ ਅਸ਼ੇਸ਼। ਜਿਵੇਂ ਚੰਦਰ ਭਾਈ ਜਿਹੜਾ ਚੰਦਨ ਹੈ ਉਹ ਸਾਰੇ ਦਰਖਤਾਂ ਨੂੰ ਮਲਿਆਗਰ ਬਣਾ ਦਿੰਦਾ, ਚੰਦਨ ਬਣਾਉਂਦਾ, ਤਿਉ ਨਰ ਭਗਤ ਅਸ਼ੇਸ਼। ਇਸੇ ਤਰ੍ਹਾਂ ਭਾਈ ਗੁਰੂ ਸਾਹਿਬ ਜੀ ਵੀ ਭਗਤੀ ਰੂਪ ਬਖਸ਼ਿਸ਼ ਕਰਕੇ ਚੰਦਨ ਸਰੂਪ ਬਣਾ ਦਿੰਦੇ ਹਨ। ਚੌਪਈ ਗੋਇੰਦ ਬਾਲ ਬਸੇ ਇੱਕ ਥਾਨ। ਇਉਂ ਦੇਖੋ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਜਗ੍ਹਾ ਬਸ ਕੇ ਸਕਲ ਦੇਸ਼ ਭਈ ਭਗਤ ਮਹਾਨ। ਸਾਰੇ ਦੇਸ਼ ਵਿੱਚ ਹੀ ਮਹਾਨ ਭਗਤੀ ਜਿਹੜੀ ਹੈ ਉਹ ਫੈਲ ਗਈ।
ਜਹ ਕਹਿਤੇ ਸੁਨ ਕਰ ਜਗ ਆਸੀ। ਜਿੱਥੋਂ ਕਿੱਥੋਂ ਵੀ ਜੀਤੋਂ ਕੀਤੋਂ ਗੁਰੂ ਸਾਹਿਬ ਦੀ ਮਹਿਮਾ ਸੁਣੀ ਜਗਿਆਸੂ ਪੁਰਸ਼। ਆਨੰਦ ਧਾਰ ਬਸੈ ਗੁਰ ਪਾਸੀ। ਖੁਸ਼ੀ ਆਨੰਦ ਧਾਰ ਕੇ ਗੁਰੂ ਸਾਹਿਬ ਦੇ ਕੋਲ ਆ ਕੇ ਬਸਦੇ। ਚਾਰ ਪਦਾਰਥ ਠਾਡੇ ਦੁਆਰੇ। ਸਤਿਗੁਰੂ ਦੇ ਦਰ ਤੇ ਚਾਰੇ ਪਦਾਰਥ ਹਰ ਸਮੇਂ ਖੜੇ ਹਨ। ਦੇਤ ਜਨਨ ਕੋ ਖੁੱਲੇ ਭੰਡਾਰੇ। ਤੇ ਮਹਾਰਾਜ ਆਪਣੇ ਸੇਵਕਾਂ ਨੂੰ ਖੁੱਲੇ ਭੰਡਾਰੇ ਬਖਸ਼ਿਸ਼ ਕਰ ਰਹੇ ਨੇ। ਜਿਮ ਚਿਤ ਚਿਤ ਵਹਿ ਗੁਰੂ ਕਿਰਪਾਲ। ਜਿਵੇਂ ਵੀ ਭਾਈ ਕਿਰਪਾਲੂ ਸਤਿਗੁਰੂ ਆਪਣੇ ਚਿੱਤ ਵਿੱਚ ਚਿਤਵਦੇ ਹਨ, ਸੋ ਬਿਧ ਬਨਹਿ ਆਨ ਤਤਕਾਲ। ਉਸੇ ਤਰ੍ਹਾਂ ਤੁਰੰਤ ਸਭ ਕੁਝ ਆ ਬਣਦਾ ਹੈ। ਸ੍ਰੀ ਹਰਿਦਾਸ ਨੰਦ ਕਹੋ ਦੇਖਾ। ਹੁਣ ਭਾਈ ਸ੍ਰੀ ਬਾਬਾ ਹਰਦਾਸ ਜੀ ਦੇ ਪੁੱਤਰ ਨੂੰ ਵੇਖਿਆ, ਭਾਵ ਸ੍ਰੀ ਗੁਰੂ ਰਾਮਦਾਸ ਨੂੰ। ਉਚਿਤ ਤਖਤ ਕੇ ਬੁੱਧ ਬਸੇਖਾ। ਕਿ ਇਹ ਅੱਗੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਗੁਰਤਾ ਗੱਦੀ ਤਖਤ ਤੇ ਬੈਠਣ ਦੇ ਯੋਗ ਹੈ। ਮਹਾਨ ਵਿਸ਼ੇਸ਼ ਬੁੱਧੀ ਵਾਲਾ। ਸਭ ਗੁਣ ਸੰਜੁਤ ਧਰਮ ਮਹਾਨਾ। ਫਿਰ ਸਾਰੇ ਗੁਣਾਂ ਦੇ ਸਮੇਤ ਮਹਾਨ ਧਰਮ ਵਾਲਾ। ਅਪਰ ਨਹਿਰਿਓ ਇਨਹੁ ਸਮਾਨਾ। ਹੋਰ ਕੋਈ ਇਹਨਾਂ ਵਰਗਾ ਨਹੀਂ ਵੇਖਿਆ ਜਾਂਦਾ। ਭਗਤ ਆਪਣੋ ਜਾਨ ਵਿਸਾਲਾ। ਤੇ ਆਪਣਾ ਮਹਾਨ ਭਗਤ ਜਾਣ ਕੇ ਗੁਰ ਭਾਣੇ ਮਹਿ ਹਰਖਨ ਵਾਲਾ। ਇਹ ਜਾਣਿਆ ਕਿ ਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿਣ ਵਾਲਾ ਹੈ। ਪਰਖਨ ਕਰਕੇ ਨੀਕੀ ਰੀਤ। ਤੇ ਚੰਗੀ ਰੀਤੀ ਮਰਜ਼ਾਦਾ ਨਾਲ ਸਾਰੀ ਪਰਖ ਕਰਕੇ ਰਹਿ ਇੱਕ ਸਾਰ ਸੁਧ ਦ੍ਰਿੜ ਚੀਤ। ਇਹ ਦੇਖੋ ਹਰ ਪਰਖ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਇੱਕ ਸਾਰ ਸੁਧ ਮਨ ਜਿਹੜਾ ਹੈ ਐਨ ਪਵਿੱਤਰ ਹੋ ਕਰਕੇ ਦ੍ਰਿੜ ਚਿੱਤ ਨਾਲ ਇੱਕ ਸਾਰ ਰਹਿੰਦੇ ਨੇ। ਕੋਈ ਪਰਖ ਦੇ ਵਿੱਚ ਡੋਲਦੇ ਨਹੀਂ। ਆਯੂ ਪੂਰਨ ਤਿਨ ਕੀ ਭਈ। ਫਿਰ ਇਹ ਵੀ ਜਾਣ ਲਿਆ ਵੀ ਇਹਨਾਂ ਦੀ ਜਿਹੜੀ ਉਮਰ ਹੈ, ਸਰੀਰਕ ਉਮਰ ਗੁਰੂ ਰਾਮਦਾਸ ਜੀ ਦੀ, ਉਹ ਪੂਰੀ ਹੋ ਗਈ ਹੈ। ਸ੍ਰੀ ਗੋਰੇ ਅਮਰ ਜਾਨ ਸਭ ਲਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸਭ ਜਾਣ ਲਿਆ। ਆਪਨ ਆਰ ਬਲ ਮੈਂ ਅਬ ਦੇਵਾ। ਇਹ ਜੋ ਸੋਚਿਆ ਵੀ ਹੁਣ ਮੈਂ ਫਿਰ ਆਪਣੀ ਉਮਰ ਇਹਨਾਂ ਨੂੰ ਜਿਹੜੀ ਹੈ ਉਹ ਦੇ ਦੇਵਾਂ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਉਹ ਜਿੱਦਾਂ ਮਹਾਰਾਜ ਨੇ ਦੇਖੋ ਗੁਰਤਾ ਗੱਦੀ ਬਖਸ਼ੀ ਹੈ, ਉਸ ਤੋਂ ਇੱਕ ਦਿਨ ਪਹਿਲਾਂ ਇਉਂ ਵੀ ਪ੍ਰਸੰਗ ਆਉਂਦਾ ਹੈ ਕਿ ਬੀਬੀ ਭਾਨੀ ਨੂੰ ਮਹਾਰਾਜ ਚੁਬਾਰੇ ਦੀਆਂ ਪੌੜੀਆਂ ਉਤਰਦੇ ਪੁੱਛ ਰਿਹਾ ਵੀ ਪੁੱਤਰੀ ਇੱਕ ਸਵਾਲ ਕਰਨਾ ਹੈ। ਬੀਬੀ ਭਾਨੀ ਹੱਥ ਜੋੜ ਕੇ ਖੜੀ ਹੋ ਗਈ। ਮਹਾਰਾਜ ਦੱਸੋ ਪਿਤਾ ਜੀ। ਕਹਿੰਦੇ ਵੀ ਪੁੱਤਰੀ ਪ੍ਰਸ਼ਨ ਹੈ ਇੱਕ ਵੀ ਜੇ ਤੇਰਾ ਪਤੀ ਚੜ੍ਹਾਈ ਕਰ ਜੇ ਤੂੰ ਕੀ ਕਰੇਂਗੀ। ਉਸ ਸਮੇਂ ਹੱਥ ਬੰਨੇ ਕਿ ਪਿਤਾ ਸਤਿਗੁਰੂ ਭਾਣਾ ਮੰਨਾਂਗੀ। ਸਤਿਗੁਰੂ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਠੀਕ ਹੈ ਪੁੱਤਰੀ, ਤੇਰੇ ਪਤੀ ਦੀ ਉਮਰ ਇੱਕ ਦਿਨ ਬਾਕੀ ਹੈ ਤੇ ਸਾਡੀ ਜਿਹੜੀ ਉਮਰ ਹੈ ਉਹ ਅਜੇ 6 ਸਾਲ 11 ਮਹੀਨੇ ਤੇ 18 ਦਿਨ ਬਾਕੀ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ। ਗੁਰਮੁਖੋ ਦੁਨੀਆ ਦੇ ਵਿੱਚ ਐਸਾ ਨਹੀਂ। ਹੁਣ ਭਾਵੇਂ ਤਰੱਕੀ ਕਰ ਗਈ ਮੈਡੀਕਲ ਸਾਇੰਸ, ਇੱਕ ਸਰੀਰ ਦੇ ਅੰਗ ਦੂਜੇ ਸਰੀਰ 'ਚ ਲਾ ਦਿੱਤੇ ਜਾਂਦੇ ਨੇ, ਟਰਾਂਸਫਰ ਕਰ ਦਿੱਤੇ ਜਾਂਦੇ ਆ। ਇੱਕ ਜਗ੍ਹਾ ਤੋਂ ਵਸਤੂਆਂ ਦੇਖੋ ਕਿ ਦੂਜੇ ਦੇਸ਼ ਵਿੱਚ ਭੇਜ ਦਿੱਤੀਆਂ ਜਾਂਦੀਆਂ। ਆਵਾਜ਼ ਆਪਣੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਈ ਜਾਂਦੀ ਹੈ। ਕੋਈ ਵਿੱਚ ਤਾਰ ਨਹੀਂ, ਕੁਛ ਨਹੀਂ ਹੈ। ਤੇ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਿਸੇ ਦਾ ਖਾਧਾ ਹੋਇਆ ਖਾਣਾ ਵੀ ਦੂਜੀ ਜਗ੍ਹਾ ਕਿਸੇ ਨੂੰ ਹੋਰ ਪਹੁੰਚ ਰਿਹਾ। ਇਹ ਪ੍ਰਤੱਖ ਹੈ ਨਾ ਗੱਲਾਂ। ਊੜੈ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛੜਿਆ। ਉਹ ਹੁਣ ਇੱਥੋਂ ਦੇਖੋ ਧਿਆਨ ਸ਼ਕਤੀ ਹੈ
ਕਿ ਕੂੰਜ ਚੋਗਾ ਚੁਗਦੀ, ਧਿਆਨ ਆਪਣੇ ਬੱਚਿਆਂ ਦਾ ਰੱਖਦੀ। ਉਹ એનર્ਜੀ ਜਿਹੜੀ ਹੈ ਚੋਗੇ ਦੀ ਬੱਚਿਆਂ ਨੂੰ ਪਹੁੰਚੀ ਜਾਂਦੀ ਹੈ ਤੇ ਉਹ ਪਲ ਰਹੇ ਨੇ। ਇੱਥੋਂ ਇਹ ਵੀ ਸਿੱਧ ਹੋ ਗਿਆ ਨਾ ਕਿ ਅੰਨ ਵੀ, ਰੋਟੀ ਵੀ ਜਿਹੜੀ ਹੈ ਇਹ ਹੁਣ ਆਪਾਂ ਨੂੰ ਭਾਵੇਂ ਅਤ ਕਥਨੀ ਲੱਗਦੀ ਹੈ, ਸਮੇਂ ਨਾਲ ਬਹੁਤ ਅੱਗੇ ਹੋਈ ਜਾਂਦਾ ਕੰਮ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਪਸ਼ਟ ਇਹ ਵੀ ਹੋ ਸਕਦਾ ਬਹੁਤ ਅੱਜ ਕੱਲ੍ਹ, ਕਿਉਂਕਿ ਕਿਸੇ ਗੱਲ ਤੇ ਮਨੁੱਖੀ ਬੁੱਧੀ ਫੈਸਲਾ ਨਹੀਂ ਦੇ ਸਕਦੀ। ਪ੍ਰਮਾਤਮਾ ਦੇ ਅਚਰਜ ਕੌਤਕ ਨੇ। ਤੇ ਗੁਰੂ ਮਹਾਰਾਜ ਦੇ ਇਤਿਹਾਸ ਵਿੱਚ ਇਹ ਉਮਰ ਵੀ ਜਿਹੜੀ ਹੈ ਉਹ ਵੀ ਆਤਮਿਕ ਅਧਿਆਤਮਤਾ ਦੇ ਨਾਲ ਟਰਾਂਸਫਰ ਹੁੰਦੀ ਹੈ। ਇਹ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਪਾਂ ਪੜ੍ਹਦੇ ਹਾਂ, ਗੁਰੂ ਕੇ ਸਿੱਖਾਂ 'ਚ ਵੀ ਇਹ ਬਾਤ ਰਹੀ। ਗੁਰੂ ਕੇ ਜਿਹੜੇ ਸਿੱਖ ਜਿਨ੍ਹਾਂ ਨੇ ਕਮਾਈ ਕੀਤੀ, ਸੰਤ ਮਹਾਰਾਜ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਤੇ ਸੰਤ ਲਾਲ ਸਿੰਘ, ਇਹ ਇਕੱਠੇ ਫੌਜ ਦੇ ਵਿੱਚ ਸੀ ਜਦੋਂ ਗਦਰ ਹੋਇਆ 1857 ਵਾਲਾ। ਉਸ ਸਮੇਂ ਦਿੱਲੀ ਦੇ ਵਿੱਚ ਇਹਨਾਂ ਦੀ ਡਿਊਟੀ ਸੀ। ਇੱਕ ਘਰ ਨੂੰ ਅੱਗ ਲੱਗ ਗਈ, ਛੋਟਾ ਜਿਹਾ ਬੱਚਾ ਤੇ ਉਹ ਘਰ 'ਚ ਰਹਿ ਗਿਆ, ਮਾਂ ਉਹਦੀ ਬਿਲਕ ਕੇ ਬਾਹਰ। ਹੁਣ ਇਹ ਜਵਾਨੀ ਦੀ ਉਮਰ ਸੀ, ਉਸ ਸਮੇਂ ਫੌਜ 'ਚ ਡਿਊਟੀ ਕਰਦੇ। ਸੰਤ ਕਰਮ ਸਿੰਘ ਜੀ ਕਹਿੰਦੇ ਕੀ ਹੋ ਗਿਆ? ਉਹ ਮਾਂ ਕਹਿੰਦੀ ਬੱਚਾ ਮੇਰਾ ਰਹਿ ਗਿਆ, ਅੱਗ ਲੱਗੀ ਆ ਘਰ ਨੂੰ। ਤੇ ਉਸ ਸਮੇਂ ਇਹ ਗੁਰਬਾਣੀ ਦਾ ਸ਼ਬਦ, ਜਿਨ੍ਹਾਂ ਨੇ ਗੁਰਮੁਖੋ ਜੀਵਨ 'ਚ ਗੁਰਬਾਣੀ ਕਮਾਈ ਹੈ, ਉਹਨਾਂ ਦਾ ਫਿਰ ਇਤਿਹਾਸ ਬਣ ਜਾਂਦਾ ਹੈ। ਉਹ ਬਚਨ ਆ ਗਿਆ, ਗੁਰ ਕਾ ਸ਼ਬਦ ਬਸੈ ਜੀਅ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਉਹ ਆਪ ਹੀ, ਅੱਗ ਰੂਪ ਵੀ ਆਪ ਹੀ ਹੈ, ਹਵਾ ਰੂਪ ਵੀ ਆਪ ਹੀ ਹੈ। ਜੇ ਉਹਨੇ ਜਾਲਣਾ ਤੇ ਫਿਰ ਹੋਰ ਕੌਣ ਰੱਖ ਲੂ? ਇਉਂ ਪੜ੍ਹਦੇ ਹੋਏ ਸੰਤ ਕਰਮ ਸਿੰਘ ਜੀ ਮਹਾਰਾਜ ਉਸ ਸਮੇਂ ਫੌਜ 'ਚ ਵੀ ਕਿੱਡੀ ਕਮਾਈ ਸੀ ਕਿ ਉਹ ਬੱਚੇ ਨੂੰ ਅੱਗ ਦੇ ਵਿੱਚੋਂ ਕੱਢ ਲਿਆਏ, ਕੋਈ ਆਂਚ ਨਹੀਂ ਲੱਗੀ। ਉਸ ਤੋਂ ਬਾਅਦ ਫਿਰ ਸੰਤ ਲਾਲ ਸਿੰਘ ਵੀ ਨਾਲ, ਉਹ ਵੀ ਬਹੁਤ ਕਮਾਈ ਕਰਦੇ। ਫਿਰ ਇਹ ਹੋਤੀ ਮਰਦਾਨ ਉੱਥੇ ਸਥਾਨ ਤੇ ਚਲੇ ਗਏ। ਇਧਰੋਂ ਸਾਰੀਆਂ ਸੇਵਾਵਾਂ ਛੱਡਤੀਆਂ, ਰੱਬ ਦਾ ਨਾਮ ਲੈਣਾ। ਤੇ ਸਮਾਂ ਪਾ ਕੇ ਇੱਕ ਦਿਨ ਕਹਿਤਾ, ਸੰਗਤ ਜੀ ਹੁਣ ਅਸੀਂ ਜਾਣਾ ਹੈ, ਭਾਈ ਸਾਡਾ ਸਮਾਂ ਆ ਗਿਆ। ਸੰਗਤ ਬਰਾਗ ਵਿੱਚ ਆ ਗਈ ਤੇ ਬਹੁਤ ਬਰਾਗ ਵਿੱਚ ਜਾ ਕੇ ਸੰਤ ਲਾਲ ਸਿੰਘ ਜੀ ਨੂੰ, ਉਹ ਲੰਗਰਾਂ ਦੀ ਡਿਊਟੀ ਵਿੱਚ ਹੁੰਦੇ ਸੀ। ਇਹ ਐਸੀਆਂ ਹੀ ਖੇਡਾਂ ਰਹੀਆਂ ਨੇ, ਜਿਵੇਂ ਹੁਣ ਬਾਬਾ ਖੁਦਾ ਸਿੰਘ ਜੀ ਨੌਰੰਗਾਬਾਦ ਵਾਲੇ, ਉਹ ਦੇਖੋ ਮਹਾਨ ਬ੍ਰਹਮ ਗਿਆਨ, ਉਹਨਾਂ ਦੇ ਨਾਲ ਹੀ ਬਾਬਾ ਮਹਾਰਾਜ ਸਿੰਘ ਜੀ ਉੱਚੀ ਰੱਬੋਂ ਪਿੰਡ ਦੇ, ਉਹ ਲੰਗਰਾਂ ਦੀ ਡਿਊਟੀ ਹੁੰਦੀ ਸੀ। ਦੋਨੇ ਸਾਧੂ ਐ ਇਕੱਠੇ ਰਹਿਣਾ। ਦੁਨੀਆ ਕਹਿੰਦੀ ਨੇ ਵੀ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਪਰ ਬੰਦਗੀ ਵਾਲਿਆਂ ਨੇ ਇੱਕ ਜਗ੍ਹਾ ਦੋ ਰਹਿ ਕੇ ਦਿਖਾਤੇ। ਜਿਵੇਂ ਕਿ ਵੀ ਇੱਕ ਆਮ ਕਹਾਵਤ ਹੈ, ਇੱਕ ਡੇਰੇ 'ਚ ਜੋ ਦੋ ਸਾਧੂ ਨਹੀਂ ਰਹਿ ਸਕਦੇ, ਇੱਕ ਦੇਸ਼ ਵਿੱਚ ਦੋ ਰਾਜੇ ਨਹੀਂ ਰਹਿ ਸਕਦੇ, ਇੱਕ ਮਿਆਨ 'ਚ ਦੋ ਕਿਰਪਾਨਾਂ ਨਹੀਂ ਰਹਿ ਸਕਦੀਆਂ। ਪਰ ਇੱਥੇ ਆਪਾਂ ਪ੍ਰਤੱਖ ਵੇਖਦੇ ਹਾਂ ਕਿ ਰਹੇ ਸੰਤ ਕਰਮ ਸਿੰਘ ਜੀ ਤੇ ਸੰਤ ਲਾਲ ਸਿੰਘ ਜੀ ਇਕੱਠੇ ਰਹੇ। ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਤੇ ਸੰਤ ਮਹਾਰਾਜ ਸਿੰਘ ਜੀ, ਉਹ ਵੀ ਇਕੱਠੇ ਰਹੇ। ਫਿਰ ਹੁਣ ਦੇਖੋ, ਇਹ ਤਾਂ ਉਦੋਂ ਬਾਅਦ ਵੀ ਅਰਾੜਾ ਸਾਹਿਬ ਝਾਤੀ ਮਾਰ ਕੇ ਦੇਖ ਲਓ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਸੰਤ ਕਿਸ਼ਨ ਸਿੰਘ ਜੀ ਇਕੱਠੇ ਰਹੇ ਇੱਕ ਦੂਜੇ ਦੇ। ਉਹ ਡਿਊਟੀਆਂ ਉਵੇਂ ਸੰਭਾਲਣੇ। ਜੇ ਕਿਤੇ ਇੱਥੇ ਤੱਕ ਵੀ ਕਮਾਈ ਉਨੀ ਹੀ ਸੀ। ਲੰਗਰ ਵਿੱਚ ਜਾ ਕੇ ਕਈ ਵਾਰ ਬਾਬਾ ਈਸ਼ਰ ਸਿੰਘ ਜੀ ਨੇ ਕਹਿਣਾ ਆਏ ਨਹੀਂ ਆਏ, ਸੰਤ ਕਿਸ਼ਨ ਸਿੰਘ ਨੇ ਆਪਦਾ ਕੰਮ ਕਰ, ਤੂੰ ਆਪਦਾ ਕੰਮ ਕਰ। ਇੰਨਾ ਪ੍ਰੇਮ ਵਿੱਚ ਹੁੰਦਾ ਸੀ, ਭਾਵ ਉਹ ਪ੍ਰੇਮ 'ਚ ਹੀ ਸੀ, ਇਕੱਠੇ ਰਹਿਣਾ, ਇਕੱਠੇ ਬੈਠਣਾ। ਇੱਕ ਮਿਆਨ ਵਿੱਚ ਦੋ ਤਲਵਾਰਾਂ ਭਾਵੇਂ ਨਾ ਰਹਿਣ, ਪਰ ਦੱਸਦਾ ਵੀ ਬੰਦਗੀ ਵਾਲੇ ਤਾਂ ਭਾਈ ਵੱਧ ਵੀ ਰਹਿ ਸਕਦੇ ਆ। ਗੱਲ ਤਾਂ ਜਦੋਂ ਅੰਦਰੋਂ ਜਿਹੜੀ ਹੈ ਪਕੜ ਖਤਮ ਹੋਈ ਵੀ ਹੈ। ਤੋ ਉਹ ਗੱਲ ਕਰ ਰਹੇ ਸੀ ਕਿ ਉਮਰ ਦੀ ਸੰਤ ਕਰਮ ਸਿੰਘ ਜੀ ਜਦੋਂ ਕਹਿਤਾ ਤੇ ਸੰਗਤਾਂ ਸੰਤ ਲਾਲ ਸਿੰਘ ਜੀ ਕੋਲੇ ਚਲੀਆਂ ਗਈਆਂ ਕਿ ਮਹਾਰਾਜ ਬਾਬਾ ਜੀ ਨੂੰ ਕਹੋ ਤੁਸੀਂ ਹੋਰ ਰਹਿਣ,
ਹੁਣ ਸੰਤ ਲਾਲ ਸਿੰਘ ਜੀ ਆ ਗਏ ਤੇ ਪਹਿਲਾਂ ਕਹਿਤਾ ਸੀ ਨਾ ਵੀ ਸਾਡੀ ਉਮਰ ਇਹ ਇੰਨੀ ਵੀ ਦੱਸਦਾ ਸੀ ਸੰਗਤ ਜੀ 8 ਦਿਨ ਬਾਕੀ ਰਹਿ ਗਈ, ਅਸੀਂ 8 ਦਿਨਾਂ ਨੂੰ ਚਲੇ ਜਾਣਾ। ਸੰਤ ਲਾਲ ਸਿੰਘ ਆ ਕੇ ਕਹਿੰਦੇ ਮਹਾਰਾਜ ਸੰਗਤਾਂ ਦੀ ਇੱਛਾ ਹੈ ਹੋਰ ਰਹੋ, ਤੇ ਨਾਲ ਹੀ ਕਹਿਤਾ ਕਹਿੰਦੇ ਲਾਲ ਸਿੰਘਾ ਭਾਈ ਫਿਰ ਤੇਰੀ ਉਮਰ 2 ਸਾਲ ਬਾਕੀ ਹੈ, ਇਉਂ ਕਰ ਫਿਰ ਸਾਡੀ ਜਗ੍ਹਾ ਤੂੰ ਚਲਿਆ ਜਾ, ਅਸੀਂ 2 ਸਾਲ ਬਾਅਦ ਚ ਆ ਜਾਾਂਗੇ ਤੇਤੋਂ। ਉਹਨਾਂ ਨੇ ਵੀ ਸੱਤ ਕਰਕੇ ਮੰਨਿਆ। 8 ਦਿਨਾਂ ਬਾਅਦ ਸੰਤ ਲਾਲ ਸਿੰਘ ਚੜ੍ਹਾਈ ਕਰ ਗਏ। ਸੰਤ ਕਰਮ ਸਿੰਘ ਜੀ ਉਦੋਂ ਬਾਅਦ 2 ਸਾਲ ਹੋ ਰਹੇ। 2 ਸਾਲ ਬਾਅਦ ਉਹ ਫਿਰ ਚੜ੍ਹਾਈ ਕੀਤੇ, ਸੱਚਖੰਡ ਗਏ। ਇਹ ਖੇਡਾਂ ਧਰਮ ਦੀਆਂ ਨੇ, ਅਦਭੁਤ ਹੈ। ਇਹਨੂੰ ਹੁਣ ਦੁਨੀਆ ਦੀ ਬੁੱਧੀ ਹੈ ਜਿਹੜੀ ਉਹ ਤਾਂ ਤਰਕਾਂ ਹੀ ਕਰੂ ਨਾ, ਕਿਉਂਕਿ ਜਿਹਨੇ ਬੁੱਧੀ ਤਲ ਤੋਂ ਸੋਚਣਾ ਉਹ ਤਾਂ ਆਏ ਨਹੀਂ ਆਏ, ਆਏ ਨਹੀਂ ਆਏ। ਅੱਜ ਜਿਵੇਂ ਬਹੁਤ ਜ਼ਿਆਦਾ ਤਰਕ ਹੈ, ਹਰੇਕ ਗੱਲ ਤੇ ਤਰਕ ਹੈ, ਨਾ ਸਮਝੀ ਵਿੱਚ ਲਾ ਲਓ ਜਾਂ ਕੁਛ ਲਾ ਲਓ, ਤੇ ਉਹ ਤਰਕ ਕਰਕੇ ਆਪਦੇ ਆਪ ਨੂੰ ਵਿਦਵਾਨ ਸਮਝਦੇ ਆ, ਅਗਾਂਹ ਵਧੂ ਸੋਚ ਤੇ ਮਾਡਰਨ ਪਤਾ ਨਹੀਂ ਕੀ ਕੀ ਸਮਝ ਜਾਂਦੇ ਆ, ਤੇ ਉਹ ਇਸੇ ਤਰ੍ਹਾਂ ਹੀ ਹੁੰਦਾ ਹੈ। ਅਸਲ ਵਿੱਚ ਇਹ ਜਿਹੜੇ ਲੋਕ ਨੇ ਤਰਕਾਂ ਵਾਲੇ ਤਾਂ ਭਾਈ ਫੰਡਰ ਗਾਂ ਵਾਲਾ ਹੁੰਦਾ, ਜਿਵੇਂ ਉਹ ਗਾਈਆਂ ਦੇ ਬੱਗ ਤੋਂ ਸਾਰਿਆਂ ਨੂੰ ਮੂਹਰੇ ਹੁੰਦੀ ਹੈ ਨਾ, ਤੇ ਜਦੋਂ ਹੁੰਦਾ ਉਹ ਹਾਲ ਹੋਇਆ ਪਿਆ। ਇਹ ਜਿਹੜੀ ਉਮਰ ਦਾ ਹੋਣਾ, ਪ੍ਰਵੇਸ਼ ਹੋਣਾ ਦੂਸਰੇ ਨੂੰ, ਗੁਰੂ ਕਾਲ ਦੇ ਵਿੱਚ ਵੀ ਇਹ ਦੇਖੋ, ਇਹ ਤਾਂ ਗੁਰੂ ਕੇ ਸਿੱਖ ਵੀ ਇਹ ਗੱਲ ਕਰ ਗਏ। ਗੁਰੂ ਤਾਂ ਸਮਰੱਥ ਹੈ, ਪਰਮੇਸ਼ਰ ਰੂਪ ਹੈ। ਕਹਿਣ ਦਾ ਭਾਵ ਤਾਂ ਆਪਾਂ ਪ੍ਰਮਾਣ ਉਹ ਤਾਂ ਨਾਲ ਦਿੱਤਾ ਹੈ ਵੀ ਜਿਨ੍ਹਾਂ ਨੇ ਗੁਰੂ ਦੀ ਸਿੱਖੀ ਨੂੰ ਕਮਾਇਆ ਉਹ ਸਿੱਖ ਮਹਾਨ ਸਿੱਖ ਸੀ, ਉਹ ਇਹ ਗੱਲ ਕਰ ਸਕਦੇ। ਗੁਰੂ ਲਈ ਤਾਂ ਫਿਰ ਇਹ ਗੱਲ ਕੀ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਾਰੇ ਉਸ ਸਮੇਂ ਕਹਿਤਾ ਸੀ 1 ਦਿਨ ਉਮਰ ਬਾਕੀ, ਸਾਡੀ ਉਮਰ ਇੰਨੀ ਅਜੇ ਪਈ ਹੈ, ਅਸੀਂ ਫਿਰ ਇਹ ਆਪਣੀ ਉਮਰ ਇਹਨਾਂ ਨੂੰ ਦਿੰਨੇ ਆ। ਤੇ ਮਹਾਰਾਜ ਨੇ ਫਿਰ ਗੁਰਗੱਦੀ ਦੇ ਨਾਲ ਨਾਲ ਇੰਨੀ ਉਮਰ ਬਖਸ਼ੀ, 6 ਸਾਲ 11 ਮਹੀਨੇ 18 ਦਿਨ। ਇੰਨੇ ਟਾਈਮ ਮਹਾਰਾਜ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਰਹੇ। ਉਸ ਸਮੇਂ ਇਹ ਉਹ ਪ੍ਰਸੰਗ ਹੈ ਕਿ ਆਯੂ ਪੂਰਨ ਤਿੰਨ ਕੀ ਪਈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਜਿਹੜੀ ਉਮਰ ਉਹ ਪੂਰੀ ਹੋ ਗਈ। ਸ੍ਰੀ ਗੁਰ ਅਮਰ ਜਾਨ ਸਭ ਲਈ, ਸ੍ਰੀ ਗੁਰੂ ਅਮਰਦਾਸ ਨੇ ਸਭ ਜਾਣ ਲਿਆ। ਆਪਨ ਆਰ ਬਲ ਮੈਂ ਅਬ ਦੇਵਾਂ, ਹੁਣ ਮੈਂ ਆਪਣੀ ਉਮਰ ਇਹਨਾਂ ਨੂੰ ਦੇ ਦਿਆਂ। ਹਿਤ ਪਰਲੋਕ ਗਵਨ ਸ਼ੁਭ ਲੇਵੂ, ਇਸ ਕਰਕੇ ਹੁਣ ਮੈਂ ਪਰਲੋਕ ਗਵਨ ਕਰਨ ਦਾ ਸ਼ੁਭ ਆਪਣਾ ਭਾਵ ਅਸੀਂ ਪਰਲੋਕ ਜਾਈਏ। ਇਮ ਕਹਿ ਰਾਮਦਾਸ ਬੁਲਵਾਇਬ, ਇਉਂ ਕਹਿ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਸੱਦਿਆ ਹੈ। ਨਿਕਟ ਬਿਠਾਏ ਭਲੇ ਸਮਝਾਇਬ, ਕੋਲ ਬਿਠਾ ਕੇ ਭਲੀ ਪ੍ਰਕਾਰ ਸਮਝਾਇਆ ਹੈ। ਹੇ ਸੁਤ ਤੇਰੀ ਅਬਦ ਬਿਤਾਈ, ਹੇ ਪੁੱਤਰ ਤੇਰੀ ਜਿਹੜੀ ਉਮਰ ਹੈ ਉਹ ਬੀਤ ਗਈ ਹੈ। ਮੈਂ ਅਬ ਜਾਣ ਲੀਨ ਇਸ ਭਾਈ, ਇਸ ਕਰਕੇ ਅਸੀਂ ਇਹ ਸਭ ਕੁਝ ਜਾਣ ਲਿਆ ਹੈ। 1 ਸਤ ਸੰਮਤ ਖਟ ਅਰ ਚਾਰੀ, 1 ਸਤ ਸੰਮਤ ਖਟ ਅਰ ਚਾਰੀ, ਇਉਂ 100 ਸੰਮਤ ਖਟ, ਖਟ ਨਾਮ 6 ਅਰ 4, ਭਾਵ ਇਹ 4 ਬਣ ਗਏ ਨਾਲ ਖਟ ਤੇ 4 ਬਣ ਗਏ 10। 1 ਸਤ 110 ਸਾਲ। ਆਰ ਬਲਾ ਹਮਰੇ ਤਨ ਸਾਰੀ, ਮਹਾਰਾਜ ਕਹਿੰਦੇ ਇੰਨੀ ਉਮਰ ਸਾਡੇ ਸਰੀਰ ਦੀ ਹੈ 110 ਸਾਲ ਦੀ। ਅਬ ਖਟ ਬਰਸ 11 ਮਾਸ, ਪਰ ਹਜੇ ਖਟ ਬਰਸ, ਖਟ ਨਾਮ 6 ਕਿ ਹੁਣ 6 ਸਾਲ 11 ਮਾਸ 11 ਮਹੀਨੇ। ਦਿਵਸ ਅਸ਼ਟ 10 ਸੇਸ ਰਹਾਸ, ਤੇ 8 10 18 ਦਿਨ ਸੇਸ, ਭਾਵ ਜੇ ਸਾਡੀ ਉਮਰ ਬਾਕੀ ਰਹਿੰਦੀ ਹੈ। ਸਰੀਰ ਦੀ ਉਮਰ 6 ਸਾਲ 11 ਮਹੀਨੇ 18 ਦਿਨ। ਸੋ ਹਮ ਆਪਣੀ ਤੁਮ ਕੋ ਦੀਨਸ, ਉਹ ਅਸੀਂ ਆਪਣੀ ਸਰੀਰ ਉਮਰ ਤੈਨੂੰ ਦਿੰਦੇ ਹਾਂ। ਪ੍ਰੇਮ ਭਗਤ ਮੈਂ ਲੀਨ ਪ੍ਰਬੀਨਸ, ਤੂੰ ਪ੍ਰੇਮਾ ਭਗਤੀ ਵਿੱਚ ਲੀਨ ਹੋ ਗਿਆ ਹੈ, ਇਸ ਕਰਕੇ ਤੋਹੇ ਮੋਹੇ ਮਹਿ ਭੇਦ ਨ ਰਹਿਓ,
ਤੇਰੇ ਤੇ ਮੇਰੇ ਵਿੱਚ ਮਹਾਰਾਜ ਕਹਿੰਦੇ ਕੋਈ ਭੇਦ ਨਹੀਂ ਰਿਹਾ ਹੈ। ਇੱਕ ਸਰੂਪ ਤਨ ਦੋਨੋਂ ਲਹਿਓ। ਇਹ ਜਾਣੋ ਕਿ ਸਰੂਪ ਇੱਕੋ ਹੀ ਹੈ, ਇਹ ਸਰੀਰ ਹੀ ਦੋ ਹਨ। ਵੇਖ ਬੱਲੂ ਦਿਸ ਆਇਸ ਦੀਨ। ਫਿਰ ਭਾਈ ਬੱਲੂ ਜੀ ਦੇ ਵੱਲ ਵੇਖ ਕੇ ਮਹਾਰਾਜ ਨੇ ਆਗਿਆ ਕੀਤੀ, ਦੀਨ ਮਨਾ ਜਿਨ ਸਭ ਸੁਨ ਲੀਨ। ਭਾਈ ਬੱਲੂ ਜੀ ਬਹੁਤ ਸੇਵਾ ਕੀਤੀ। ਪਹਿਲਾਂ ਵੀ ਦੱਸਿਆ ਸੀ, ਇਹ ਗੁਰਮੁਖੋ ਸੰਤ ਨੈਣ ਜੀ ਨੇ ਦੱਸਿਆ ਵੀ ਨਾਈ ਪਰਿਵਾਰ ਵਿੱਚੋਂ ਸਨ, ਜਿਨ੍ਹਾਂ ਨੂੰ ਆਪਾਂ ਰਾਜੇ ਕਹਿੰਦੇ ਹਾਂ। ਮਹਾਰਾਜ ਦੀ ਸਾਰੀ ਸੇਵਾ ਇਹ ਕਰਦੇ ਸੀ, ਇੱਥੋਂ ਤੱਕ ਮੁੱਠੀ ਚਾਪੀ ਵੀ ਕਰਨੀ, ਮਹਾਰਾਜ ਦੇ ਬਸਤਰ ਵੀ ਧੋਣੇ, ਤੇ ਇਹਨਾਂ ਨੂੰ ਵੀ ਮੰਜੀ ਬਖਸ਼ੀ ਹੋਈ ਸੀ। ਇਹ ਫਿਰ ਨਾਲ ਨਾਲ ਮਹਾਰਾਜ ਦੇ ਰਹੇ ਹੈ, ਮੰਜੀਦਾਰ ਵੀ ਸਨ ਤੇ ਮੁੱਖ ਹਜ਼ੂਰੀ ਦੀ ਸੇਵਾ ਵੀ ਕਰਦੇ ਸੀ। ਭਾਈ ਬੱਲੂ ਜੀ ਦੀਨ ਮਨਾ ਜਿਨ ਸਭ ਸੁਣ ਲੀਨ, ਜੀ ਨੇ ਦੀਨ ਮਨ ਦੇ ਵਿੱਚ ਸਾਰੀ ਆਗਿਆ ਸੁਣ ਲਈ ਹੈ। ਲੀਨ ਪ੍ਰੇਮ ਮਨ ਜਾਹੋ ਪ੍ਰਬੀਨ। ਜਿਸ ਭਾਈ ਬੱਲੂ ਜੀ ਦਾ ਜਿਹੜਾ ਮਨ ਹੈ, ਜੋ ਬਹੁਤ ਹੀ ਮਹਾਨ ਸਿਆਣਾ ਚਤੁਰ ਰੂਪ ਦੇ ਵਿੱਚ ਪ੍ਰੇਮ ਵਿੱਚ ਲੀਨ ਹੈ। ਬੀਨ ਨਰੇਲ ਲਿਹੋ ਸੋ ਬਚੀਨ। ਬੀਨ ਦਾ ਭਾਵ ਹੈ ਕੋਈ ਜਿਵੇਂ ਬੀਨ ਲਿਆਉਣਾ ਲੱਭਣਾ। ਇਹ ਭਾਈ ਬੱਲੂ ਜੀ ਇੱਕ ਲਲੇਰ ਜਿਹੜਾ ਹੈ ਸ਼ੁਭ ਜਾਣ ਕਰਕੇ ਉਹ ਲੱਭ ਕੇ ਲਿਆਏ ਹਨ। ਕਰੋ ਸ਼ੀਘਰ ਆਨੋ ਮੁਝ ਪਾਸੀ। ਇਹ ਕਿਹਾ ਵੀ ਛੇਤੀ ਲਿਆ ਕਰਕੇ ਸਾਡੇ ਕੋਲ ਉਸ ਨੂੰ ਲਿਆਓ। ਪਾਸੀ ਜਮ ਕੀ ਸਦਾ ਨਿਰਾਸੀ। ਇਉਂ ਜਿਹੜੀ ਹੈ ਜਮ ਦੀ ਪਾਸੀ ਤੇ ਫਾਹੀ, ਇਹ ਮਹਾਰਾਜ ਕਹਿੰਦੇ ਸਦਾ ਹੀ ਨਿਰਾਸ਼ ਕਰ ਦਿੱਤੀ। ਜਿਨ੍ਹਾਂ ਨੇ ਦੇਖੋ ਉਹਨਾਂ ਟਾਈਮ ਗੋਇੰਦਵਾਲ ਸਾਹਿਬ ਚ ਮੌਤ ਨਹੀਂ ਹੋਣ ਦਿੱਤੀ। ਰਾਸੀ ਸੁਖ ਪ੍ਰਾਪਤ ਅਬਨਾਸੀ। ਜੋ ਭਾਈ ਮਹਾਨ ਸੁਖ, ਅਬਨਾਸ਼ੀ ਸੁਖ ਜਿਨ੍ਹਾਂ ਕੋਲੋਂ ਸਤਿਗੁਰਾਂ ਕੋਲੋਂ ਪ੍ਰਾਪਤ ਹੁੰਦੇ। ਨਾਸੀ ਹੰਗਤਾ ਵਿਸ਼ੈ ਉਦਾਸੀ। ਜਿੱਥੇ ਹੰਗਤਾ ਵੀ ਨਸ ਗਈ, ਹੰਗਤਾ ਹੋਵੇਂ ਮੈਂ ਮੇਰੀ ਵੀ ਨਹੀਂ ਹੈ, ਵਿਸ਼ੇ ਵਿਕਾਰ ਵੀ ਜਿੱਥੇ ਉਦਾਸ ਹਨ। ਰਾਮਦਾਸ ਕਰਵਾਓ ਸ਼ਨਾਨਾ। ਇਹ ਹੁਕਮ ਕੀਤਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਇਸ਼ਨਾਨ ਕਰਵਾਓ। ਨਾਨਾ ਬਸਤਰ ਆਨ ਦੁੱਤ ਵਾਨਾ। ਤੇ ਇਉਂ ਭਾਈ ਸੋਹਣੇ ਸੁੰਦਰ ਜਿਹੜੇ ਆ ਚੰਗੇ ਸੋਭਨੀਕ ਬਸਤਰ ਲਿਆ ਕੇ ਪਹਿਰਾਵੋ ਨਹਿ ਦੇਰ ਲਗਾਵੋ। ਉਹ ਇਹਨਾਂ ਨੂੰ ਪਹਿਨਾਵੋ, ਦੇਰੀ ਨਹੀਂ ਕਰਨੀ ਹੈ। ਇੱਕ ਸਿੱਖ ਪੁਰ ਖਡੂਰ ਪਠਵਾਵੋ। ਤੇ ਇੱਕ ਸਿੱਖ ਨੂੰ ਭਾਈ ਖਡੂਰ ਸਾਹਿਬ ਭੇਜੋ। ਗੁਰ ਸੁਤ ਦੋਨੋਂ ਕੋ ਲੈ ਆਵੋ। ਜਿਹੜੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪੁੱਤਰ ਹਨ, ਉਹਨਾਂ ਦੋਨਾਂ ਨੂੰ ਸੱਦ ਲਿਆਓ। ਗੁਰਤਾ ਗੱਦੀ ਇਸੇ ਤਰ੍ਹਾਂ ਬਖਸ਼ੀ ਜਾਂਦੀ ਸੀ ਸਾਰੀਆਂ, ਜਿਵੇਂ ਬੇਦੀ ਵੰਸ਼ ਵਿੱਚੋਂ ਵੀ ਬਾਬਾ ਸ੍ਰੀ ਚੰਦ ਤਿਆਂ ਸਭ ਨੂੰ ਸੱਦਿਆ ਜਾਂਦਾ। ਇਹ 10ਵੇਂ ਪਾਤਸ਼ਾਹ ਤੱਕ ਇਹ ਸਾਰੀ ਰੀਤੀ ਇਵੇਂ ਹੀ ਰਹੀ ਹੈ। ਸਾਰੇ ਫਿਰ ਟਿੱਕਾ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਤਿਲਕ ਦੇਣਾ ਗੱਦੀ ਦਾ, ਤੇ ਫਿਰ ਬੇਦੀ ਵੰਸ਼, ਫਿਰ ਗੁਰਮੁਖੋ ਤ੍ਰਿਹਣ ਵੰਸ਼, ਫਿਰ ਅੱਗੇ ਜਿਵੇਂ ਭੱਲਾ ਵੰਸ਼। ਇਉਂ ਹੀ ਗੁਰਤਾ ਗੱਦੀ ਦੀ ਬਖਸ਼ਿਸ਼ ਫਿਰ ਜਿਵੇਂ ਅੱਗੇ ਗੁਰੂ ਸਾਹਿਬਾਂ ਵਿੱਚ ਉਹ ਬਾਬਾ ਭਾਈ ਬੁੱਢਾ ਜੀ ਦੀ ਅੰਸ਼ ਵੰਸ਼ ਸਭ ਤੋਂ ਪਹਿਲਾਂ ਜਿਸ ਵੀ ਗੁਰੂ ਨੂੰ ਅੱਗੇ ਗੱਦੀ ਬਖਸ਼ਣੀ ਤਾਂ ਗੁਰੂ ਬਖਸ਼ਣ ਵਾਲਾ, ਜਿਵੇਂ ਆਪਾਂ ਵੇਖਦੇ ਹਾਂ ਸਾਰੇ ਗੁਰੂ ਸਾਹਿਬਾਂ ਜਦੋਂ ਗੁਰਤਾ ਗੱਦੀ ਤਖਤ ਤੇ ਤਿਲਕ ਹੁੰਦਾ ਤਾਂ ਉਹ 5 ਪੈਸੇ ਲਲੇਰ ਰੱਖ ਕੇ ਪ੍ਰਕਰਮਾ ਕਰ 4 ਮੱਥਾ ਟੇਕ ਦੇਣ। ਉਸ ਤੋਂ ਬਾਅਦ ਫਿਰ ਬਾਬਾ ਬੁੱਢਾ ਜੀ ਦਾ, ਗੁਰੂ ਤੋਂ ਬਾਅਦ ਦੂਜਾ ਨੰਬਰ ਇਹ ਬਾਬਾ ਬੁੱਢਾ ਜੀ, ਰੰਧਾਵਾ ਗੋਤ, ਰੰਧਾਵੇ ਜੱਟ, ਬਾਬਾ ਸੁੱਗਾ ਜੀ ਰੰਧਾਵਾ ਦੇ ਪੁੱਤਰ, ਤੇ ਉਹਨਾਂ ਨੂੰ ਅਧਿਕਾਰ ਫਿਰ ਉਹਨਾਂ ਦੀ ਅੱਗੇ ਅੰਸ਼ ਨੂੰ, ਉਹਨਾਂ ਦੇ ਹੀ ਕੁੱਲ ਨੂੰ। ਹੁਣ ਤੱਕ ਉਹਨਾਂ ਦੀ ਕੁੱਲ ਗੁਰਮੁਖੋ ਜਿਹੜੀ ਹੈ ਹੁਣ ਤੱਕ ਹੈਗੀ ਹੈ ਬਾਬਾ ਬੁੱਢਾ ਜੀ ਦੀ, ਉਹਨਾਂ ਦੇ ਪਰਿਵਾਰ ਦੀ ਪੀੜ੍ਹੀ ਜਿਹੜੀ ਹੈ ਉਸੇ ਤਰ੍ਹਾਂ ਹੈਗੇ ਨੇ, ਵਾਹਿਗੁਰੂ ਦੀ ਕਿਰਪਾ ਹੈ। ਤੇ ਉਹ ਫਿਰ ਉਦੋਂ ਬਾਅਦ ਜਿਹੜੇ ਬੇਦੀ ਸੀ ਉਹ ਜਿਹੜਾ ਹੁੰਦਾ ਸੀ, ਫਿਰ ਜਿੰਨੇ ਵੰਸ਼ਾਂ ਤੋਂ ਬਾਅਦ
ਫਿਰ ਜਿੰਨੇ ਮਸੰਦ ਮੰਜੀਦਾਰ ਉਹਨਾਂ ਨੇ ਸਰੋ ਪਾਓ। ਉਸ ਤੋਂ ਬਾਅਦ ਫਿਰ ਬਾਕੀ ਸੰਗਤ ਮੁਖੀ, ਛੋਟੇ ਜਿਹੜੇ ਕੋਈ ਮੁਖੀ ਹੈ, ਜਥੇ ਬਣੇ ਹੋਏ ਆ। ਇਸ ਤਰ੍ਹਾਂ ਦਾ ਜਿਹੜੀ ਰੀਤੀ ਮਰਜ਼ਾਦਾ ਹੈ ਗੁਰੂ ਘਰ ਦੀ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਭਾਈ ਇੱਕ ਸਿੱਖ ਪੁਰ ਖਡੂਰ ਪਠਵਾਵੋ, ਖਡੂਰ ਨੂੰ ਭੇਜੋ, ਗੁਰ ਸੁਤ ਦੋਨੋਂ ਕੋ ਲੈ ਆਵੋ। ਦੋਨਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪੁੱਤਰਾਂ ਨੂੰ ਲੈ ਆਓ। ਮੋਹਨ ਮੋਹਰੀ ਤਾਤ ਬੁਲਾਵੋ। ਫਿਰ ਮਹਾਰਾਜ ਕਹਿੰਦੇ ਸਾਡੇ ਪੁੱਤਰ ਮੋਹਨ ਤੇ ਮੋਹਰੀ ਜੀ ਨੂੰ ਵੀ ਬੁਲਾ ਲਓ। ਸਭ ਸੰਗਤ ਕੋ ਬੋਲ ਪਠਾਵੋ। ਸਾਰੀਆਂ ਸੰਗਤਾਂ ਨੂੰ ਵੀ ਬੋਲ ਕੇ ਸੱਦੇ ਭੇਜ ਦਿਓ। ਆਏ ਰਬਾਬੀ ਕੀਰਤਨ ਗਾਵੋ। ਤੇ ਰਬਾਬੀ ਵੀ ਆ ਕੇ ਕੀਰਤਨ ਕਰਨ। ਆਏ ਸਮਾਨ ਬੁਲਾਵਨ ਠਾਨੇ। ਹੁਕਮ ਮੰਨ ਕੇ ਭਾਈ ਬੁਲਾਉਣ ਵਾਸਤੇ ਸਿੱਖ ਭੇਜ ਦਿੱਤੇ। ਜਹ ਜਹ ਜਿਸ ਕੇ ਹੁਤੇ ਟਿਕਾਨੇ। ਜਿੱਥੇ ਜਿੱਥੇ ਵੀ ਜਿਹਦਾ ਕੋਈ ਟਿਕਾਣਾ ਸੀ। ਸੁਣ ਸੁਣ ਸਭ ਮਹਿ ਰੌਰਾ ਭਰਿਓ। ਜਦੋਂ ਪਤਾ ਲੱਗਿਆ ਸੁਣ ਸੁਣ ਕੇ ਸਾਰਿਆਂ ਦੇ ਵਿੱਚ ਆਵਾਜ਼ ਫੈਲ ਗਈ। ਚਾਹਤ ਗੁਰੂ ਪਿਆਨਾ ਕਰਿਓ। ਇਹ ਗੁਰੂ ਅਮਰਦਾਸ ਮਹਾਰਾਜ ਤੇ ਹੁਣ ਭਾਈ ਪਿਆਨਾ ਕਰਨ ਲੱਗੇ ਹਨ। ਉਹ ਚਾਹੁੰਦੇ ਹਨ ਰਾਮਦਾਸ ਸਤਿਗੁਰੂ ਬਣਾਵੇ। ਤੇ ਅੱਗੇ ਜਿਹੜੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ ਬਣਾਉਣਾ ਹੈ। ਬਿਸਮਤ ਬਾਤ ਸੁਨਤ ਉਤਲਾਵੇ। ਇਹ ਹੈਰਾਨੀਜਨਕ ਬਾਤ ਸੁਣ ਕੇ ਬੜੇ ਭਾਈ ਕਾਲੇ ਹੋਏ ਹਨ। ਇਤ ਸ੍ਰੀ ਰਾਮਦਾਸ ਤਿਸ ਬਾਰ। ਇਧਰ ਭਾਈ ਸ੍ਰੀ ਰਾਮਦਾਸ ਜੀ ਮਹਾਰਾਜ ਬਾਰ ਬਿਲਮ ਤੇ ਮੱਜਨ ਚਾਰ। ਬਾਰ ਇੱਥੇ ਪਾਣੀ, ਬਿਲਮ ਸੋਹਣਾ ਸਾਫ ਪਾਣੀ ਨਾਲ ਸੁੰਦਰ ਇਸ਼ਨਾਨ ਕੀਤਾ। ਬੱਲੂ ਆਨੇ ਬਸਤਰ ਨਵੀਨ। ਭਾਈ ਬੱਲੂ ਜੀ ਨਵੇਂ ਬਸਤਰ ਲੈ ਆਏ ਹਨ। ਪਹਿਰਾਏ ਸੂਖਮ ਦੁੱਤ ਪੀਨ। ਉਹ ਸੂਖਮ ਬਹੁਤ ਬਰੀਕ ਧਾਗੇ ਦੇ ਬਣੇ ਸੁੰਦਰ ਬਸਤਰ ਪਹਿਨਾਏ। ਦੁੱਤ ਪੀਨ ਜਿਹਦੀ ਬਹੁਤ ਵੱਡੀ ਸੋਭਾ ਹੈ। ਪੁਰ ਖਡੂਰ ਅਰ ਪੁਰ ਕਰਤਾਰ। ਫਿਰ ਖਡੂਰ ਸਾਹਿਬ ਤੋਂ ਵੀ ਇੱਧਰ ਕਰਤਾਰਪੁਰ ਸਾਹਿਬ ਤੋਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵੀ ਪੁੱਤਰ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵੀ ਪੁੱਤਰ, ਆਵਤ ਭੇ ਗੁਰ ਪੁੱਤਰ ਉਦਾਰ। ਇਹ ਮਹਾਨ ਗੁਰੂ ਕੇ ਪੁੱਤਰ ਉਹ ਵੀ ਪਹੁੰਚ ਗਏ ਹਨ। ਪੁੱਤ ਸੋ ਸਿੱਖ ਆਏ ਗੁਰਦੁਆਰੇ। ਇਹ ਗੁਰੂ ਸਾਹਿਬ ਦੇ ਵੀ ਪੁੱਤਰ ਗੁਰੂ ਅਮਰਦਾਸ ਜੀ ਦੇ, ਹੋਰ ਸਿੱਖ ਸਾਰੇ ਗੁਰੂ ਦਰਬਾਰ ਵਿੱਚ ਆ ਗਏ। ਬਹੁਤ ਦੀਵਾਨ ਹੋਏ ਹੋ ਤਬ ਭਾਰੇ। ਤਦ ਫਿਰ ਬਹੁਤ ਵੱਡਾ ਉਸ ਦਿਨ ਦੀਵਾਨ ਲੱਗਿਆ ਹੈ। ਤਬ ਸ੍ਰੀ ਸਤਿਗੁਰ ਅਮਰ ਕਿਰਪਾਲੂ। ਤਾ ਸ੍ਰੀ ਗੁਰੂ ਅਮਰਦੇਵ ਪਾਤਸ਼ਾਹ ਮਹਾਰਾਜ ਕਿਰਪਾਲੂ ਸਤਿਗੁਰੂ ਰਾਮਦਾਸ ਕੋ ਬੜ ਹਿਤ ਨਾਲੂ। ਗੁਰੂ ਰਾਮਦਾਸ ਮਹਾਰਾਜ ਨੂੰ ਵੱਡੇ ਪ੍ਰੇਮ ਦੇ ਨਾਲ ਕਰ ਸੋ ਪਕਰ ਆਪਣੇ ਥਾਨ। ਹੱਥ ਫੜ ਕਰਕੇ ਆਪਣੇ ਸਥਾਨ ਦੇ ਉੱਤੇ ਬੈਠਾਰੇ ਤਬ ਕਿਰਪਾ ਨਿਧਾਨ। ਕਿਰਪਾ ਦੇ ਖਜ਼ਾਨੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਬਿਠਾ ਦਿੱਤਾ। ਬ੍ਰਿਧ ਸੋ ਆਗਿਆ ਕਰੀ ਕਿਰਪਾਲ। ਤੇ ਭਾਈ ਜੋ ਮਰਜ਼ਾਦਾ ਹੈ 5 ਪੈਸੇ ਲਲੇਰ ਰੱਖ ਕੇ ਨਮਸਕਾਰ ਕਰਨੀ। ਤੇ ਬ੍ਰਿਧ ਸੋ ਆਗਿਆ ਕਰੀ ਕਿਰਪਾਲ। ਕਿਰਪਾਲੂ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਆਗਿਆ ਕੀਤੀ। ਰਾਮਦਾਸ ਦੇਹੁ ਤਿਲਕ ਵਿਸਾਲ। ਕਿ ਹੇ ਬਾਬਾ ਬੁੱਢਾ ਗੁਰੂ ਰਾਮਦਾਸ ਜੀ ਨੂੰ ਮਹਾਨ ਗੁਰਤਾ ਗੱਦੀ ਦਾ ਤਿਲਕ ਦੇ ਦਿਓ। ਜਬ ਬ੍ਰਿਧ ਤਿਲਕ ਦੇਨ ਤਿਲਨ ਲਾਗੇ। ਜਦੋਂ ਬਾਬਾ ਬੁੱਢਾ ਜੀ ਗੁਰਤਾ ਗੱਦੀ ਦਾ ਤਿਲਕ ਦੇਣ ਲੱਗੇ। ਰਾਮਦਾਸ ਬੋਲੇ ਬੜ ਭਾਗੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਵੱਡੇ ਭਾਗਾਂ ਵਾਲੇ ਕਹਿਣ ਲੱਗੇ, ਸ੍ਰੀ ਪ੍ਰਭ ਮੁਝ ਸਿੱਖੀ ਪਦ ਦੀਜੈ। ਕਿ ਹੇ ਪਰਮੇਸ਼ਰ ਸਤਿਗੁਰੂ ਜੀ,
ਮੈਨੂੰ ਤੁਸੀਂ ਸਿੱਖੀ ਪਦਵੀ ਹੀ ਬਖਸ਼ਿਸ਼ ਕਰ ਦਿਓ। ਨਿਜ ਨੰਦਨ ਕੋ ਸਤਿਗੁਰ ਕੀਜੈ। ਇਹ ਗੁਰੂ ਜਿਹੜਾ ਬਣਾਉਣਾ ਹੈ, ਸਤਿਗੁਰੂ ਕਰਨਾ, ਉਹ ਅੱਗੇ ਆਪਣੇ ਪੁੱਤਰਾਂ ਨੂੰ ਤੁਸੀਂ ਕਰ ਦਿਓ। ਸ੍ਰੀ ਗੁਰ ਸੁਨਤ ਪ੍ਰਸੰਗ ਚਿਤਾਰਾ। ਸ੍ਰੀ ਗੁਰੂ ਮਹਾਰਾਜ ਨੇ ਸੁਣ ਕੇ ਫਿਰ ਉਹ ਪ੍ਰਸੰਗ ਚੇਤੇ ਕੀਤਾ। ਹਮਨੇ ਦੇਨੋ ਹੁਤੋ ਤੁਮਾਰਾ। ਮਹਾਰਾਜ ਕਹਿੰਦੇ ਤਾਂ ਅਸੀਂ ਤੁਹਾਡਾ ਦੇਣਾ ਹੈ। ਪੂਰਬ ਕਹਿਓ ਹੁਤੋ ਬਰਦਾਨਾ। ਜਿਹੜੇ ਪਹਿਲੇ ਕਹੇ ਹੋਏ ਜਿਹੜੇ ਮਹਾਨ ਬਰ ਹਨ ਦਿੱਤੇ, ਤਿਸ ਕੇ ਦੇਨ ਸਭੋਂ ਅਬ ਜਾਨਾ। ਉਹ ਹੁਣ ਦੇਣ ਦਾ ਜਿਹੜਾ ਸਮਾਂ ਹੈ ਉਹ ਹੁਣ ਅਸੀਂ ਜਾਣਿਆ ਕਿ ਆ ਗਿਆ ਹੈ। ਅਤ ਗਰੀਬ ਇਹੋ ਸੰਤਤ ਮੇਰੀ। ਇਹ ਜਿਹੜੀ ਮੇਰੀ ਸੰਤਾਨ ਹੈ ਇਹ ਬਹੁਤ ਹਿਰਦੇ ਤੋਂ ਗਰੀਬ ਹੈ। ਮਨ ਹੰਕਾਰ ਨਾ ਹੋਏ ਕਿਸ ਬੇਰੀ। ਇਸ ਕਰਕੇ ਵੀ ਮਨ ਵਿੱਚ ਵੀ ਕਿਸੇ ਦੇ ਕੋਈ ਹੰਕਾਰ ਨਾ ਹੋਵੇ। ਕਬਹੂ ਨਾ ਹੋਏ ਤੁਮ ਸੰਗ ਇਨਰਾਰ। ਤੇ ਕਦੇ ਵੀ ਤੁਹਾਡੇ ਨਾਲ ਇਹਨਾਂ ਦਾ ਝਗੜਾ ਨਾ ਹੋਵੇ। ਮਿਲੇ ਰਹੋ ਕਰ ਪ੍ਰੀਤ ਵਿਸਾਲ। ਵੱਡਾ ਪ੍ਰੇਮ ਪ੍ਰੀਤੀ ਕਰਕੇ ਤੁਸੀਂ ਮਿਲ ਜੁਲ ਕੇ ਰਹਿਣਾ ਹੈ। ਅਸ ਕਹਿ ਬ੍ਰਿਧ ਤੇ ਤਿਲਕ ਦਿਵਾਇਓ। ਇਸ ਤਰ੍ਹਾਂ ਕਹਿ ਕੇ ਬਾਬਾ ਬੁੱਢਾ ਜੀ ਤੋਂ ਤਿਲਕ ਦਿਵਾਇਆ ਹੈ। ਜਿਸ ਤੇ ਮਹਿਦ ਪ੍ਰਕਾਸ਼ ਦਿਖਾਇਓ। ਜਿਹਦੇ ਨਾਲ ਫਿਰ ਮਹਿਦ ਕਹੀਏ ਬਹੁਤ ਵੱਡਾ ਮਹਾਰਾਜ ਨੇ ਪ੍ਰਕਾਸ਼ ਦਿਖਾਤਾ ਬ੍ਰਹਮ। ਸ੍ਰੀ ਗੁਰ ਪੰਚ ਪੈਸੇ ਨ ਲੀਏਰ। ਫਿਰ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਅਮਰਦਾਸ ਜੀ ਨੇ 5 ਪੈਸੇ ਔਰ 1 ਨਾਰੀਅਲ ਲੈ ਕਰ 4 ਪ੍ਰਦਛਨਾ ਫੇਰ। ਉਹ ਲੈ ਕੇ 4 ਪ੍ਰਦਛਨਾ ਕਰਕੇ ਦੇ ਭੇਟਾ ਨਿਜ ਸੀਸ ਨਿਵਾਇਬ। ਉਹ ਅੱਗੇ ਭੇਟਾ ਰੂਪ ਵਿੱਚ ਰੱਖ ਕੇ ਆਪਣਾ ਸਿਰ ਨਿਵਾ ਦਿੱਤਾ। 3 ਲੋਕ ਸੁਆਮੀ ਸੋ ਬਨਾਇਬ। ਗੁਰੂ ਰਾਮਦਾਸ ਮਹਾਰਾਜ ਨੂੰ 3 ਲੋਕਾਂ ਦਾ ਮਾਲਕ ਬਣਾ ਦਿੱਤਾ। ਬੋਲੇ ਪ੍ਰਥਮ ਜੁਗਮ ਸੁਤ ਸਾਥ। ਫਿਰ ਭਾਈ ਪਹਿਲਾਂ ਦੋਵੇਂ ਪੁੱਤਰਾਂ ਨੂੰ ਕਿਹਾ ਹੈ। ਰਾਮਦਾਸ ਕੋ ਟੇਕੋ ਮਾਥ। ਕਿ ਤੁਸੀਂ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ। ਬਹੁਰੋ ਸਗਰੀ ਸੰਗਤ ਹੀਰ। ਫਿਰ ਸਾਰੀਆਂ ਸੰਗਤਾਂ ਵੱਲ ਵੇਖਿਆ। ਪਰੇ ਚਰਨ ਪਰ ਤਿਸ ਹੀ ਬੇਰ। ਜਦੋਂ ਸੰਗਤਾਂ ਨੂੰ ਕਿਹਾ ਵੀ ਭਾਈ ਉਸੇ ਸਮੇਂ ਮਹਾਰਾਜ ਗੁਰੂ ਰਾਮਦਾਸ ਜੀ ਦੇ ਚਰਨੀ ਪੈ ਗਏ ਹਨ। ਧਰ ਧਰ ਸਰਬ ਉਪਾਇ ਨੇ ਆਗੇ। ਸਾਰੇ ਅੱਗੇ ਭੇਟਾਵਾਂ ਰੱਖ ਰੱਖ ਕੇ ਬੰਦਹਿ ਕਰ ਜੋ ਰਹਿ ਵੱਡ ਭਾਗੇ। ਵੱਡੇ ਭਾਗਾਂ ਵਾਲੀਆਂ ਸੰਗਤਾਂ ਹੱਥ ਜੋੜ ਕੇ ਬੰਦਨਾ ਕਰ ਰਹੀਆਂ ਹਨ। ਸਥਿਤ ਭਏ ਹੋਏ ਤਿਸ ਕਾਲ। ਉਸ ਸਮੇਂ ਫਿਰ ਭਾਈ ਸਥਿਤ ਹੋ ਗਏ ਹਨ। ਉਸ ਸਮੇਂ ਤਿਸ ਕਾਲ, ਉਸ ਸਮੇਂ ਬੋਲੇ ਸ੍ਰੀ ਗੁਰ ਅਮਰ ਕਿਰਪਾਲ। ਤੇ ਬੈਠ ਕੇ ਫਿਰ ਗੁਰੂ ਅਮਰਦਾਸ ਕਿਰਪਾਲੂ ਸਤਿਗੁਰੂ ਜੀ ਨੇ ਇਹ ਬਚਨ ਕਹੇ। ਜਸ ਗੁਰ ਨਾਨਕ ਅੰਗਦ ਮਾਨੋ। ਹੇ ਸਾਧ ਸੰਗਤ ਜੀ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਫਿਰ ਉਹਨਾਂ ਦਾ ਸਰੂਪ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਇਉਂ ਸਾਰੀਆਂ ਸੰਗਤਾਂ ਨੇ ਮੰਨਿਆ। ਤਾਸ ਹਮ ਰੂਪ ਇਨਹੁ ਕੋ ਜਾਨੋ। ਫਿਰ ਉਸੇ ਤਰ੍ਹਾਂ ਤੁਸੀਂ ਸਾਨੂੰ ਭਾਈ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਗੁਰੂ ਅੰਗਦ ਦੇ ਪਾਤਸ਼ਾਹ ਸਰੂਪ ਮੰਨਿਆ। ਤਾਸ ਹਮ ਰੂਪ ਇਨਹੁ ਕੋ ਜਾਨੋ। ਉਸੇ ਤਰ੍ਹਾਂ ਹੀ ਇਹਨਾਂ ਨੂੰ ਗੁਰੂ ਰਾਮਦਾਸ ਜੀ ਨੂੰ ਸਾਡਾ ਹੀ ਰੂਪ ਜਾਣ ਲਓ। ਪੁਨ ਭਾਨੀ ਦਿਖ ਦੇਖ, ਪੁਨ ਭਾਨੀ ਦਿਸ ਦੇਖ ਗੁਸਾਈ। ਫਿਰ ਬੀਬੀ ਭਾਨੀ ਜੀ ਵੱਲ ਦੇਖ ਕੇ ਮਾਲਕ ਜੀ ਨੇ ਕਹਿਓ ਕਿ ਜਾਚ ਲਿਹੋ ਚਿਤ ਚਾਈ। ਕਿਹਾ, ਹੇ ਭਾਨੀ, ਜੋ ਤੇਰੇ ਚਿੱਤ ਵਿੱਚ ਪੁੱਤਰੀ ਚਾਹਨਾ ਹੈ ਉਹ ਮੰਗ ਲੈ। ਸੁਣ ਕੇ ਹਰਖਤ ਪਿਤ ਕੀ ਬਾਣੀ।
ਤਾਂ ਸੁਣ ਕੇ ਪਿਤਾ ਦੇ ਬਚਨ ਬਾਣੀ ਖੁਸ਼ ਹੋਈ। ਅਦਕ ਭਾਉ ਕਰ ਭਾਖਿਓ ਭਾਨੀ। ਤਾਂ ਹੁਣ ਮਾਤਾ ਭਾਨੀ ਜੀ ਨੇ ਬਹੁਤ ਅਦਕ ਪ੍ਰੇਮ ਕਰਦਿਆਂ ਭਾਵਨਾ ਸਹਿਤ ਕਿਹਾ, ਸਭ ਬਿਧ ਮੁਝ ਕੋ ਕੀਨ ਨਿਹਾਲ। ਹੇ ਪਿਤਾ ਸਤਿਗੁਰੂ ਜੀ, ਤੁਸੀਂ ਸਭ ਤਰ੍ਹਾਂ ਕਰਕੇ ਮੈਨੂੰ ਨਿਹਾਲ ਕੀਤਾ ਹੈ। ਮੈਂ ਹੂੰ ਸਭ ਤੇ ਭਾਗ ਵਿਸਾਲ। ਮੈਂ ਤਾਂ ਹੇ ਪਿਤਾ ਸਤਿਗੁਰੂ ਸਭ ਤੋਂ ਵੱਡੇ ਭਾਗਾਂ ਵਾਲੀ ਹਾਂ। ਜਿਸ ਕੇ ਪਿਤ ਤੁਮ ਪੁਨਹ ਪ੍ਰਸੰਨ। ਜਿਹਦੇ ਤੁਸੀਂ ਪਿਤਾ ਹੋ, ਤਾਂ ਮੇਰੇ ਤੁਸੀਂ ਪਿਤਾ ਹੋ। ਜਿੱਥੇ ਗੁਰੂ ਹੋ ਪਿਤਾ ਵੀ ਹੋ। ਫਿਰ ਤੁਸੀਂ ਪ੍ਰਸੰਨਤਾ ਦੇ ਨਾਲ ਦਈ ਵਡਾਈ ਮੈਂ ਵੱਡ ਧਨ। ਮੈਨੂੰ ਪਹਿਲਾਂ ਹੀ ਬਹੁਤ ਵਡਿਆਈਆਂ ਦਿੱਤੀਆਂ, ਮੈਂ ਤੇ ਬਹੁਤ ਵੱਡੇ ਧਨਤਾ ਜੋਗ ਹਾਂ। ਜੇ ਅਬ ਬਰ ਦੇਵਨ ਕੋ ਭਾਖਾ। ਜੇ ਹੁਣ ਤੁਸੀਂ ਅੱਗੇ ਬਰ ਹੋਰ ਬਚਨ ਦੇਣ ਜਿਹੜਾ ਹੈ ਬਰ ਦੇਣ ਲਈ ਬਚਨ ਕਹੇ ਹੈ, ਜਾਂ ਤੇ ਮੈਂ ਜਾਚਤ ਚਿਤ ਕਾਂਖਾ। ਤਾਂ ਤੇ ਫਿਰ ਮੈਂ ਆਪਣੇ ਚਿੱਤ ਵਿੱਚ ਮੰਗਣ ਦੀ ਇਹ ਕਾਂਖਾ ਇੱਛਾ ਹੈ। ਜਸ ਗੁਰ ਨਾਨਕ ਤੇ ਗੁਰ ਅੰਗਦ। ਕਿ ਜਿਵੇਂ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਅੱਗੇ ਗੁਰੂ ਅੰਗਦ ਦੇਵ ਜੀ। ਪੁਨ ਤੋਂ ਮਲੀਨ ਸੁਗੁਰਤਾ ਸੰਪਤ। ਫਿਰ ਅੱਗੇ ਤੁਸੀਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਇਹ ਗੁਰਤਾ ਰੂਪੀ ਜਿਹੜੀ ਸੰਪਤਾ ਹੈ ਇਹ ਲਈ ਹੈ। ਅਬ ਦੀਨਸ ਮੁਝ ਘਰ ਵਡਿਆਈ। ਹੁਣ ਅੱਗੇ ਤੁਸੀਂ ਇਹ ਮੇਰੇ ਘਰ ਵਿੱਚ ਵਡਿਆਈ ਦੇ ਦਿੱਤੀ। ਸੋ ਕਬ ਪਰ ਕੇ ਘਰ ਨਹਿ ਜਾਈ। ਹੁਣ ਕਿਰਪਾ ਕਰੋ ਫਿਰ ਇਹ ਹੁਣ ਇਸੇ ਘਰ ਵਿੱਚ ਰਹੇ, ਸੋਢੀ ਵੰਸ਼ ਵਿੱਚ। ਆਪ ਜੀ ਇਸ ਮੇਰੇ ਘਰ ਵਿੱਚ ਹੀ ਕਿਰਪਾ ਕਰ ਦਿਓ, ਹੋਰ ਨਾ ਜਾਵੇ। ਸੋਢੀ ਵੰਸ਼ ਵਿਖੈ ਪ੍ਰਕਾਸ਼ੈ। ਇਹ ਹੁਣ ਜਿਹੜੀ ਮਹਾਨ ਗੁਰਤਾ ਸੋਢ ਵੰਸ਼ ਦੇ ਵਿੱਚ ਪ੍ਰਕਾਸ਼ਵਾਨ ਰਹੇ। ਸੁਨੋ ਪਿਤਾ ਜੀ ਇਹੋ ਮਮ ਆਸਾ ਹੈ। ਹੇ ਪਿਤਾ ਸਤਿਗੁਰੂ ਮੇਰੀ ਇਹੀ ਆਸਾ ਹੈ। ਸੁਨ ਤੇ ਕਿਰਪਾਲ ਹੋਏ ਬਚ ਕਹੇ। ਇਹ ਸੁਣ ਕੇ ਕਿਰਪਾਲੂ ਹੁੰਦਿਆਂ ਬਚਨ ਕਹੇ। ਨਹਿ ਕਿਤ ਜਾਏ ਤੁਮੋ ਘਰ ਰਹੇ। ਹੇ ਪੁੱਤਰੀ ਹੁਣ ਇਹ ਜਿਹੜੀ ਮਹਾਨ ਦਾਤ ਹੈ ਹੋਰ ਨਹੀਂ ਕਿਤੇ ਜਾਵੇਗੀ, ਤੇਰੇ ਘਰ ਵਿੱਚ ਰਹੇਗੀ। ਤਉ ਬਿਮਲ ਸਲਤਾ ਜਲ ਚਲਤਾ। ਪਰ ਇਹ ਵੀ ਹੈ ਵੀ ਇਹ ਤਾਂ ਪਵਿੱਤਰ ਜਲ ਜਿਵੇਂ ਨਦੀ ਦਾ ਚੱਲ ਰਿਹਾ ਹੈ। ਪਾਇਓ ਬੰਧਨ ਆਗੇ ਢਲਤਾ। ਹੁਣ ਅੱਗੇ ਨੂੰ ਜਾਂਦਾ ਤੈਂ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹੋਏ ਕਲੇਸ਼ ਉਪਦਰਵ ਭਾਰੇ। ਇਹ ਜਾਣ ਲੈ ਪੁੱਤਰੀ ਵੀ ਦੁੱਖ ਵੀ ਬਹੁਤ ਆਉਣੇ ਆ, ਵੱਡੇ ਵੱਡੇ ਉਪਦਰਵ ਭਾਰੇ ਜਿਹੜੇ ਕਲੇਸ਼ ਦੁੱਖ ਨੇ। ਜਿਨ ਕੋ ਨ ਸਕੈ ਨਿਰਵਾਰੀ। ਜਿਹਨੂੰ ਐਸੇ ਆਉਣੇ ਆ ਵੀ ਦੁਨੀਆ ਦੇ ਹੋਰ ਕੋਈ ਸਹਾਰ ਨਹੀਂ ਸਕਦੇ। ਇਹ ਦੇਖੋ ਇਹ ਵੀ ਬੀਬੀ ਭਾਨੀ ਨੇ ਆਏ ਮੰਗਿਆ, ਮਹਾਰਾਜ ਨੇ ਕਿਹਾ ਵੀ ਉਹ ਕਿਹਾ ਸੀ ਘਰ ਦੀ ਘਰ ਵਿੱਚ ਰਹਿ ਜੇ। ਇਹ ਗੁਰਮੁਖੋ ਇਹ ਕੋਈ ਸੌਖੀ ਸੀ ਇਹ ਗੁਰਤਾ ਗੱਦੀ। ਤੇ ਹੋਰ ਮਹਾਰਾਜ ਨੂੰ ਪਤਾ ਸੀ ਕਿਹੜਾ ਦੁੱਖ ਸਹਾਰ ਲੈਂਦਾ, ਪੁੱਤਰਾਂ ਨੂੰ ਕੌਣ ਸ਼ਹੀਦ ਕਰਾ ਦਿੰਦਾ ਹੈ ਸੀ ਕੋਈ ਦੁਨੀਆ ਤੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਬਚਨ ਕਹੇ ਹਨ ਕਿ ਜਿਨ ਕੋ ਨਾ ਸਕੈ ਨਰਵਾਰੇ। ਐਸੇ ਉਪਦਰਵ ਨੇ ਜਿਨ੍ਹਾਂ ਨੂੰ ਕੋਈ ਦੂਰ ਨਹੀਂ ਹੋਰ ਕਰ ਸਕਦਾ। ਲక్ష్ਮੀ ਸ੍ਰੀ ਨਾਨਕ ਢਿਗ ਗਈ। ਇਹ ਮਾਇਆ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਕੋਲ ਗਈ। ਦਵਾਦਸ ਕੋਸ ਦੂਰ ਥਿਰ ਥਈ। ਪਰ 12 ਕੋ ਦੂਰ ਖੜੀ ਰਹੀ ਮਾਇਆ। ਖਸ਼ਟ ਕੋਸ ਸ੍ਰੀ ਅੰਗਦ ਰਾਖੀ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ 6 ਕੋ ਭਾਵ ਦੂਰ ਰੱਖੀ। ਨਿਕਟ ਹੋਣ ਕੋ ਤਿਨਹਿ ਨ ਭਾਖੀ। ਉਹਨਾਂ ਨੇ ਨੇੜੇ ਹੋਣ ਵਾਸਤੇ ਬਚਨ ਨਹੀਂ ਕਹੇ। ਆਨ ਹਮਾਰੇ ਠਾਡੀ ਦਵਾਰ। ਫਿਰ ਮਹਾਰਾਜ ਕਹਿੰਦੇ ਸਾਡੇ ਕੋਲ ਗੁਰਤਾ ਆਈ ਤੇ ਫਿਰ ਇਹ ਮਾਇਆ ਜਿਹੜੀ ਸੀ ਸਾਡੇ ਦਰਵਾਜ਼ੇ ਤੱਕ ਅਸੀਂ ਹੁਕਮ ਕਰਤਾ ਉੱਥੇ ਤੱਕ ਆ ਗਈ। ਕਰਿਓ ਆਪਨੋ ਜੋਰ ਉਦਾਰ। ਇਹਨੇ ਆਪਣਾ ਬਹੁਤ ਉਦਾਰ ਜੋਰ ਲਾਇਆ। ਅਬ ਤੁਮਰੇ ਘਰ ਵਿਖੈ ਪ੍ਰਵੇਸੀ।
ਹੁਣ ਐਸਾ ਹੈ ਕਿਉਂਕਿ ਸਮਾਂ ਆ ਗਿਆ, ਵੱਡੇ ਵੱਡੇ ਸਥਾਨ ਪੈਣਗੇ, ਬਹੁਤ ਮਾਇਆ ਆਊ, ਲੱਛਮੀ ਘਰ ਦੇ ਵਿੱਚ ਪ੍ਰਵੇਸ਼ ਕਰਤੀ। ਪਰ ਇਹ ਹੈ ਕਿ ਇਹਦੇ ਨਾਲ ਜਿੱਥੇ ਕਾਰਜ ਸਵਰਨੇ ਆ ਉੱਥੇ ਦੁੱਖ ਵੀ ਹੈ। ਜਿਹੜੀ ਮਾਇਆ ਹੈ ਤੁਸੀਂ ਇਹ ਦੇਖ ਲਓ, ਜੇ ਨਹੀਂ ਹੈ ਤਾਂ ਵੀ ਦੁੱਖ ਹੈ ਨਾ, ਜੇ ਆ ਗਈ ਫਿਰ ਤ੍ਰੈ ਕਾਲ ਦੁੱਖ ਨੇ ਇਹਦੇ। ਜਿੱਥੇ ਹੁਣ ਆਪਾਂ ਸੁੱਖ ਸਹੂਲਤਾਂ ਲੈਨੇ ਆ ਤੇ ਦੁਖੀ ਵੀ ਹੈ ਨਾ, ਕਿੰਨੀਆਂ ਹੁਣ ਸੁੱਖ ਸਹੂਲਤਾਂ ਪਰ ਨਾਲ ਚਿੰਤਾ ਵੀ ਤਾਂ ਵਧਾਈ ਹੈ ਨਾ ਇਹਨੇ। ਤ੍ਰੈ ਕਾਲ ਦੁੱਖ ਰੂਪ ਹੈ ਇਹ ਮਾਇਆ। ਪਹਿਲਾਂ ਤਾਂ ਦੁੱਖਾਂ ਦੇ ਨਾਲ ਇਕੱਠੀ ਕਰਦਾ ਬੰਦਾ, ਫਿਰ ਭਾਈ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਇਹਨੂੰ ਦੁੱਖ ਝੱਲਦਾ। ਕਿੰਨਾ ਡਰ ਹੈ, ਤ੍ਰੈ ਕਾਲ ਦੁੱਖ, ਫਿਰ ਦੁੱਖ ਰਹਿੰਦਾ ਹਾਏ ਪਤਾ ਨਾ ਲੱਗ ਜੇ, ਲੁਟੇਰਾ ਨਾ ਲੁੱਟ ਲੇ, ਕਿਤੇ ਟੈਕਸ ਵਾਲੇ ਨਾ ਪੈ ਜਾਣ, ਚਾਰੇ ਪਾਸੋਂ ਉਹ ਵੀ ਫਿਰ ਦੂਜਾ, ਤੇ ਤੀਜਾ ਜਦੋਂ ਕੋਲੋਂ ਜਾਂਦੀ ਹੈ ਫਿਰ ਵੀ ਦੁੱਖ। ਇਸ ਕਰਕੇ ਇਹਨੂੰ ਤ੍ਰੈ ਕਾਲ ਦੁੱਖ ਕਿਹਾ ਹੈ। ਮਹਾਰਾਜ ਕਹਿੰਦੇ ਆਬ ਤੁਮਰੇ ਘਰ ਵਿਖੈ ਪ੍ਰਵੇਸ਼ੀ, ਹੁਣ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਹੋਈ। ਬਿਘਨ ਕਲੇਸ਼ਨ ਵਿਖੈ ਬਸੇਸੀ, ਪਰ ਹੇ ਪੁੱਤਰੀ ਜਾਣ ਲੈ ਵੀ ਇਹ ਵੱਡੇ ਵੱਡੇ ਬਿਘਨਾਂ ਤੇ ਕਲੇਸ਼ਾਂ ਵਿੱਚ ਵੀ ਇਹ ਵਿਸ਼ੇਸ਼ ਹੈ ਮਾਇਆ। ਤਉ ਅਲੇਪ ਰਹਿ ਸਮਾਹੀ, ਹਾਂ ਅਸੀਂ ਇਹ ਵਰ ਦਿੰਨੇ ਆ ਵੀ ਮਾਇਆ ਆਊ ਫਿਰ ਵੀ ਜਿਹੜੇ ਗੁਰਤਾ ਗੱਦੀ ਤੇ ਬਿਰਾਜਮਾਨ ਉਹ ਫਿਰ ਵੀ ਇਸ ਤੋਂ ਅਲੇਪ ਰਹਿਣਗੇ। ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿ ਕੇ ਵੀ ਨਹੀਂ ਭੇਜਦਾ, ਮੁਰਗਾਬੀ ਪਾਣੀ ਤੁਰ ਵੀ ਉੱਡਦੇ ਫਿਰ ਵੀ ਦੇਖੋ ਖੰਭ ਸੁੱਕੇ, ਇਹਨੂੰ ਕਹਿਣਾ ਅਲੇਪ ਰਹਿਣਾ। ਮਹਾਰਾਜ ਕਹਿੰਦੇ ਫਿਰ ਵੀ ਅਲੇਪ ਰਹੇਗੀ। ਇਨ ਕੇ ਦੋਸ਼ ਸਕੈ ਛੁਐ ਨਾਹੀ, ਇਹ ਮਾਇਆ ਦੇ ਦੋਸ਼ ਪੁੱਤਰੀ ਤੇਰੇ ਵੰਸ਼ ਵਿੱਚ ਛੋ ਨਹੀਂ ਸਕਣਗੇ ਜਿਹੜੇ ਗੁਰਤਾ ਗੱਦੀ ਤੇ ਹੋਣਗੇ। ਦੋਹਰਾ ਸੁਦੀ ਭਾਦਰੋਂ ਤਰੋਦਸੀ, 174 ਪ੍ਰਮਾਨ। ਭਾਦਰੋਂ ਸੁਦੀ 13 ਭਾਵ ਪੁੰਨਿਆਂ ਤੋਂ 2 ਦਿਨ ਪਹਿਲਾਂ। ਫਿਰ ਪੁੰਨਿਆਂ ਨੂੰ ਗੁਰੂ ਸਾਹਿਬ ਜੀ ਭਾਦੋਂ ਦੀ ਜਿਹੜੀ ਭਾਦਰੋਂ ਸੁਦੀ ਪੁੰਨਿਆਂ ਹੁੰਦੀ ਹੈ ਉਸ ਦਿਨ ਮਹਾਰਾਜ ਚੜ੍ਹਾਈ ਕਰ ਗਏ ਸਨ। ਅਕਾਲ ਚਲਾਣਾ ਕਹਿ ਲੋ, ਸੱਚਖੰਡ ਗਵਨ ਕੋਈ ਸ਼ਬਦ। ਇਹ ਸੁਦੀ ਭਾਦਰੋਂ ਤਰੋਦਸੀ 174 ਪ੍ਰਮਾਨ। 104 ਇਹ ਨਾਨਕਸ਼ਾਹੀ ਸੰਮਤ ਹੈ। ਆਪ ਜੀ ਨੇ ਕਹਿੰਦੇ ਵੀ ਇਹਨੂੰ ਜੇ ਬਿਕਰਮੀ ਦੇਖਣਾ ਤਾਂ ਬਿਕਰਮੀ ਸੰਮਤ 1526 ਦੇ ਵਿੱਚ ਜੋੜ ਲੈਣਾ 104 ਨੂੰ। ਜੇ ਗੁਰਮੁਖੋ ਈਸਵੀ ਸਨ ਦੇਖਣਾ 1469 ਚ 104 ਜੋੜ ਲਿਓ, ਉਹ ਤਰੀਕ ਆ ਜਾਣੀ ਹੈ ਇਹ ਕਿ ਜਿਸ ਦਿਨ ਗੁਰਤਾ ਗੱਦੀ ਬਖਸ਼ੀ। ਭਾਦਰੋਂ ਸੁਦੀ 13 104 ਨਾਨਕਸ਼ਾਹੀ ਸੰਮਤ ਜਾਣ ਲੋ। ਗੁਰ ਗਾਦੀ ਗੁਰੂ ਰਾਮਦਾਸ ਬਠਲਾਏ ਨਿਜ ਥਾਨ, ਆਪਣੀ ਜਗ੍ਹਾ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਦਾ ਗੱਦੀ ਤੇ ਬਿਠਾਇਆ ਹੈ। ਚੌਪਈ ਗੁਰ ਘਰ ਵੱਡ ਉਤਸ਼ਾਹ ਬਢਾਇਓ, ਗੁਰੂ ਘਰ ਦੇ ਵਿੱਚ ਵੱਡਾ ਉਤਸ਼ਾਹ ਹੋਇਆ ਹੈ। ਪਠ ਆਨੰਦ ਕੜਾਹ ਵਰਤਾਇਓ, ਆਨੰਦ ਸਾਹਿਬ ਦਾ ਪਾਠ ਹੋਇਆ, ਕੜਾ ਪ੍ਰਸ਼ਾਦ ਵਰਤਾਇਆ ਹੈ। ਦਿਵਸ ਬਿਤਿਓ 14 ਦਿਨ ਆਵਾ, ਉਹ ਦਿਨ ਬੀਤ ਗਿਆ, 14 ਦਾ ਦਿਨ ਆ ਗਿਆ। ਬਹੁ ਪ੍ਰਕਾਰ ਗੁਰ ਯੱਗ ਕਰਾਵਾ, ਬਹੁਤ ਤਰ੍ਹਾਂ ਕਰਕੇ ਗੁਰੂ ਸਾਹਿਬ ਨੇ ਫਿਰ ਵੱਡਾ ਜੱਗ ਲੰਗਰ ਲਵਾਇਆ ਹੈ। ਮੰਗਤ ਜਨ ਬਹੁ ਦਾਨ ਸੋ ਦੀਨਾ, ਮੰਗਣ ਵਾਲੇ ਲੋਕਾਂ ਨੂੰ ਦਾਨ ਬਹੁਤ ਦਿੱਤਾ ਹੈ। ਗੁਰ ਮਹਿਮਾ ਮਹਿ ਸਭ ਜਗ ਭੀਨਾ, ਸਾਰਾ ਜਗਤ ਗੁਰੂ ਦੀ ਮਹਿਮਾ ਵਿੱਚ ਭਿੱਜਿਆ ਹੈ। ਸਭ ਦਿਸ ਸੁਨ ਸੁਨ ਸੰਗਤਾਂ ਆਵੇ, ਸਾਰੇ ਪਾਸਿਆਂ ਤੋਂ ਸੁਣ ਸੁਣ ਕੇ ਸੰਗਤਾਂ ਪਹੁੰਚ ਰਹੀਆਂ। ਗੁਰ ਪ੍ਰਸਥਾਨ ਜਾਨ ਦਰਸਾਵੇ, ਗੁਰੂ ਸਾਹਿਬ ਕੋਲ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਮਨ ਬਾਂਛਤ ਸਗਰੇ ਫਰ ਪਾਵੇ, ਤੇ ਮਨ ਇੱਛਤ ਸਾਰੇ ਫਲ ਪਾਉਂਦੇ ਨੇ। ਜਨਮ ਮਰਨ ਕੇ ਦੋਖ ਨਸਾਵੇ, ਜੰਮਣ ਮਰਨ ਦੇ ਦੋਸ਼ ਖਤਮ ਕਰ ਰਹੇ ਹਨ। ਗੋਇੰਦਵਾਲ ਵਿਪਾਸਾ ਤੀਰ, ਗੋਇੰਦਵਾਲ ਸਾਹਿਬ ਬਿਆਸ ਦਰਿਆ ਦਾ ਕਿਨਾਰਾ
ਭਈ ਹਜ਼ਾਰਨ ਸਿੱਖਨ ਭੀਰ। ਹਜ਼ਾਰਾਂ ਸਿੱਖਾਂ ਦਾ ਉੱਥੇ ਇਕੱਠ ਹੋ ਗਿਆ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਆ ਮਹੱਲੇ। ਇੱਥੇ ਤੱਕ ਗੁਰਪੁਰ ਪ੍ਰਕਾਸ਼ ਗ੍ਰੰਥ ਦਾ ਜੋ ਤੀਜੇ ਮਹੱਲੇ ਦੇ ਸ੍ਰੀ ਗੁਰੂ ਰਾਮਦਾਸ ਜੀ ਕੋ ਗੁਰਤਾ ਦੇਵਨ ਪ੍ਰਸੰਗ ਵਰਣਨ ਨਾਮ ਇੱਕ ਬਿੰਸਤ ਮੰਦਰ ਹੈ, ਭਾਵ 21ਵੇਂ ਘਰ ਦਾ ਇਹ ਪ੍ਰਸੰਗ ਹੈ। ਤੇ ਕੱਲ ਨੂੰ 22ਵੇਂ ਘਰ ਦਾ ਪ੍ਰਸੰਗ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਿਹੜੇ ਜੀਵਨ ਦੀ ਕਥਾ ਦੀ ਸੰਪੂਰਨਤਾ, ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਚੱਲੂ। ਉਹ ਆਪਾਂ ਕੱਲ ਜਿਹੜਾ 22ਵੇਂ ਤੇ ਸਮਾਪਤੀ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਪ੍ਰਸੰਗ ਵਾਲਾ ਉਹ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵੰਦੇ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।